वाहिगुरू जी का खालसा वाहिगुरू जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ मेरे ਮਨਿੰਦਰ कौर ਵੱਲੋਂ प्यार भरी सत श्री अकाल। किताब खालिस्तान उसका संकल्प ਅਤੇ प्रणाली भाग 14वां पन्ना नंबर 356। भाग 3 खालिस्तान का संविधानिक वैधानिक आधार। श्रोमणी अकाली दल, श्रोमणी गुरुद्वारा प्रबंधक कमेटी, ऑल इंडिया सिख स्टूडेंट्स फैडरेशन ਅਤੇ होर सिख लीडरां ਵੱਲੋਂ सिख स्टेट ਦੀ कायमी ਲਈ ਪਾਸ ਮਤੇ। ਇਹਨਾਂ ਮਤਿਆਂ ਤੇ ਵਿਚਾਰ ਕਰਨ ਤੋਂ ਪਹਿਲਾਂ ਪੰਥਕ ਮਾਨਸਿਕ ਖਾਸੇ ਤੇ ਵਿਚਾਰ ਕਰਨੀ ਮੈਂ ਲਾਜ਼ਮੀ ਸਮਝਦਾ ਹਾਂ। ਕੁਝ ਇੱਕ ਤੱਥ ਅਤੇ ਸਬੂਤ ਅਜਿਹੇ ਸਿੱਖ ਇਤਿਹਾਸ ਵਿੱਚ ਖਿਲਰੇ ਪਏ ਹਨ ਜਿਨ੍ਹਾਂ ਦਾ ਸੁਤੰਤਰ ਸਿੱਖ ਚੇਤਨਾ ਦਾ ਪ੍ਰਭੂਤਾਧਾਰੀ ਆਜ਼ਾਦ ਪੰਥਕ ਹਸਤੀ ਦੇ ਆਧੁਨਿਕ ਵਿਕਸਿਤ ਢਾਂਚੇ ਦੀ ਸਟੇਟ ਦੀ ਕਾਮੀ ਲਈ ਲਗਾਤਾਰ ਦੁਰਪ੍ਰਭਾਵ ਪੈਂਦਾ ਹੈ। ਇਸ ਤੇ ਵਿਸਥਾਰ ਵਿੱਚ ਗੱਲ ਕਰਕੇ ਅਸੀਂ ਅਕਾਲੀ ਦਲ ਦੇ ਅਮਲ ਵੱਲ ਤੁਰਾਂਗੇ। ਪੁਰਾਤਨ ਮਿਸਾਲਾਂ ਦੀ ਬਜਾਏ ਵਰਤਮਾਨ ਮਿਸਾਲ ਦਾ ਅਧਿਐਨ ਕਰਦੇ ਹਾਂ। ਬ੍ਰਹਿਮੰਡ ਦੇ ਅਕਾਲ ਵਰਸਾਏ ਪਾਤਸ਼ਾਹ ਸਤਿਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਪਦਵੀ ਖੋਹ ਕੇ ਜੀਵੰਤ ਪਾਤਸ਼ਾਹੀ ਦੀ ਥਾਂ ਤੇ ਜਾਗਤ ਜੋਤ ਗੁਰਿਆਈ ਤੋਂ ਹਟਾ ਕੇ ਗੁਰੂ ਨਾਨਕ ਸਾਹਿਬ ਨੂੰ ਨਾਨਕ ਦੇਵ ਬਣਾ ਦੇਣ ਵਾਲੀ ਅਖੌਤੀ ਵਿਦਵਤਾ ਧਾਰੀ ਮੰਡਲੀ ਦੀ ਪਿਛਲੱਗ ਸਿੱਖੀ ਬਣ ਚੁੱਕੀ ਹੈ। ਇਸ ਤੋਂ ਵੀ ਅਗਾਂਹ ਲੰਘ ਕੇ ਹੁਣ ਗੁਰਬਾਣੀ ਵਿੱਚ ਆਪਣੀ ਸਹੂਲਤ ਮੁਤਾਬਕ ਫੇਰ ਬਦਲ ਕਰ ਲੈਣ ਵਾਲੇ ਰਾਮ ਰਾਈਆਂ ਦੇ ਨਵੇਂ ਵੰਸ਼ਜ ਮੁਹਾਲੀ ਵਾਲੇ ਅਖਬਾਰ ਅਤੇ ਉਸਦੇ ਬਾਰਕ ਨੇ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਪਦਵੀ ਖੋਹ ਕੇ ਬਾਬਾ ਨਾਨਕ ਕਰ ਦੇਣ ਵਿੱਚ ਸਫਲ ਹੈ। ਇਹ ਅਖਬਾਰ ਆਪਣੀਆਂ ਲਿਖਤਾਂ ਵਿੱਚ ਕੌਮ ਨੂੰ ਸੰਤ ਬਾਬਾ ਡੇਰਾਵਾਦ ਦੇ ਖਿਲਾਫ ਪਹੁੰਚ ਬਣਾ ਕੇ ਸਥਾਪਿਤ ਕਰ ਨਿੱਜੀ ਫਾਇਦਾ ਚੁੱਕਦਾ ਹੈ। ਦੂਜੇ ਬੰਨੇ ਇਹ ਬੜੀ ਹੀ ਭਿਆਨਕ ਵਿਸਫੋਟਤ ਸਥਿਤੀ ਤੇ ਲਿਜਾ ਕੇ ਸਿੱਖੀ ਨੂੰ ਹੀ ਗੁਰੂ ਪਦਵੀ ਤੋਂ ਹਟਾ ਕੇ ਬਾਬਾਵਾਦ ਦੇ ਹੋਰ ਵਡੇਰੇ ਆਕਾਰੀ ਪੱਥ ਭ੍ਰਸ਼ਟਤਾ ਵੱਲ ਬੜੇ ਸਹਿਜੇ ਹੀ ਜਜ਼ਬਾਤੀ ਮੁੱਦਿਆਂ ਵਿੱਚ ਉਲਝਾ ਕੇ ਬੁੱਧੂ ਬਣਾ ਆਪਣਾ ਮਤਲਬ ਕੱਢੀ ਜਾਂਦਾ ਹੈ। ਇਸੇ ਬਾਬਾਵਾਦੀ ਦੀ ਇਸੇ ਹੀ ਸੋਚ ਤੋਂ ਦੁਸ਼ਮਣ ਤਾਕਤਾਂ ਨੂੰ ਸਪਸ਼ਟ ਫਾਇਦਾ ਭੁਜਾਉਣ ਵਾਸਤੇ ਅਤੇ ਸਿੱਖ ਕੌਮ ਦੇ ਰਾਸ਼ਟਰੀ ਏਜੰਡੇ ਦੇ ਹਮੇਸ਼ਾ ਲਈ ਭੋਗ ਪਵਾ ਦੇਣ ਦੇ ਸਪਸ਼ਟ ਇਰਾਦੇ ਨਾਲ ਇਹ ਐਲਾਨੀਆ ਦਾਅਵਾ ਕੀਤਾ ਕਿ 1947 ਤੋਂ ਪਹਿਲਾਂ ਕਦੇ ਵੀ ਸਿੱਖਾਂ ਨੇ ਆਜ਼ਾਦ ਹੋਣ ਦਾ ਦਾਅਵਾ ਅੰਗਰੇਜ਼ਾਂ ਅੱਗੇ ਨਹੀਂ ਕੀਤਾ। ਜੋ ਐਲਾਨੀਆ ਕਹਿੰਦਾ ਹੈ ਕਿ ਸਿੱਖਾਂ ਦੇ ਪਾਸ ਆਜ਼ਾਦ ਸਿੱਖ ਰਾਸ਼ਟਰ ਲੈਣ ਦਾ ਕੋਈ ਰਾਜਨੀਤਿਕ ਨਿਸ਼ਾਨਾ ਹੈ ਹੀ ਨਹੀਂ ਸੀ। ਇਹ ਚਾਣਕੀਆ ਸ਼੍ਰੀ ਮੋਹਨ ਚੰਦ ਕਰਮਚੰਦ ਦੇ ਆਚਰਣ ਦਾ ਹੀ ਪ੍ਰਤੀਬਿੰਬਤ ਸਪਸ਼ਟ ਪ੍ਰਮਾਣ ਬਣ ਜਾਂਦਾ ਹੈ। ਇਹ ਉਹੀ ਸੋਚ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਹਿੰਸਾਵਾਦੀ ਤੇ ਅੱਤਵਾਦੀ ਕਹਿਣ ਤੋਂ ਗੁਰੇਜ਼ ਨਹੀਂ ਕਰਦੀ। ਫਿਰ ਸਿੱਖਾਂ ਨੂੰ ਸਮਝਾਇਸ਼ ਦਿੰਦੀ ਹੈ ਕਿ ਹੁਣ ਸਮਾਂ ਬਦਲ ਗਿਆ ਹੈ ਤੇ ਤੁਹਾਨੂੰ ਸਿੱਖਾਂ ਨੂੰ ਵੀ ਬਦਲ ਜਾਣਾ ਚਾਹੀਦਾ ਹੈ। ਇਹਨਾਂ ਦੇ ਬਦਲ ਦਾ ਅਰਥ ਸਪਸ਼ਟ ਇਹ ਹੈ ਕਿ ਆਪਣੇ ਮੂਲ ਅਤੇ ਆਪਣੀ ਮੌਲਿਕਤਾ ਨੂੰ ਤਿਆਗ ਕੇ ਜਿਵੇਂ ਅਸੀਂ ਕਹਿੰਦੇ ਹਾਂ ਉਵੇਂ ਚੱਲੋ, ਜਿਵੇਂ ਗੁਰੂ ਸਾਹਿਬਾਨ ਦੀ ਗੁਰਮਤ ਕਹਿੰਦੀ ਹੈ ਉਵੇਂ ਨਹੀਂ। ਗੁਰਮਤ ਡਕਿਆ ਯਾਨੂਸੀ ਅਤੇ ਸਮਾਂ ਵਿਹਾ ਚੁੱਕੀ ਗੱਲ ਹੋ ਚੁੱਕੀ ਹੈ। ਅਜਿਹੀ ਸਪਸ਼ਟ ਸੋਚ ਨੂੰ ਪ੍ਰਫੁੱਲਤ ਕਰਨ ਲਈ ਇਸ ਅਖਬਾਰ ਦੇ ਮੁੱਖ ਸੰਪਾਦਕ ਅਤੇ ਬਾਰਕ ਦੇ ਬਣ ਚੁੱਕੇ ਨਿਰੰਕੁਸ਼ ਬਾਬਾਵਾਦੀ ਸਾਧ ਲੀਡਰ ਨੇ ਇਹ ਵੀ ਲਿਖ ਮਾਰਿਆ ਕਿ ਅਗਰ ਕੋਈ ਸਾਬਤ ਕਰ ਦੇਵੇ ਕਿ ਸਿੱਖਾਂ ਪਾਸ 1947 ਤੋਂ ਪਹਿਲਾਂ ਕੋਈ ਸਿੱਖ ਰਾਸ਼ਟਰ ਲੈਣ ਦਾ ਜਾਂ ਸੁਤੰਤਰ ਹੋਣ ਦਾ ਅਕਾਲੀ ਜਾਂ ਕਿਸੇ ਵੀ ਸਿੱਖ ਲੀਡਰ ਪਾਸ ਕੋਈ ਏਜੰਡਾ ਸੀ ਤਾਂ ਉਹ ਉਸ ਤੋਂ 10 ਲੱਖ ਰੁਪਏ ਦਾ ਇਨਾਮ ਲੈ ਜਾਵੇ। ਆਮ ਸਿੱਖ ਸਮਾਜ ਦੀ ਇਹ ਸੋਚ ਬਣੀ ਹੋਈ ਹੈ ਕਿ ਜੋ ਅਖਬਾਰ ਵਿੱਚ ਛਪ ਗਿਆ ਉਹੀ ਸੱਚ ਹੈ। ਅਖਬਾਰ ਵਿੱਚ ਛਪੇ ਨੂੰ ਰੱਬ ਵਰਗਾ ਸੱਚ ਮੰਨਣ ਵਾਲੇ ਇਸ ਭੋਲੇ ਭਾਲੇ ਸਮਾਜ ਨੂੰ ਫਿਰ ਤੁਸੀਂ ਪ੍ਰਤੱਖ ਸੱਚ ਸਾਬਤ ਵੀ ਕਰ ਦਿਓ ਤਾਂ ਵੀ ਇਹ ਮੰਨਣ ਨੂੰ ਤਿਆਰ ਨਹੀਂ ਹੁੰਦਾ। ਹਕੂਮਤਾਂ ਇਸੇ ਲਈ ਮੀਡੀਆ ਦਾ ਨਜਾਇਜ਼ ਫਾਇਦਾ ਚੁੱਕਦੀਆਂ ਹਨ ਤੇ ਇਸ ਨੂੰ ਖਰੀਦਦੀਆਂ ਹਨ। ਇਸ ਅਖਬਾਰ ਦੀ ਇਹ ਵੀ ਵੈਰੀ ਸੋਚ ਵਿੱਚੋਂ ਨਿਕਲਿਆ ਲੜੀਵਾਰ ਮੁੱਖ ਲੇਖ ਸੀ ਜਿਸ ਰਾਹੀਂ ਇਸ ਦੇ ਮੁੱਖ ਸੰਪਾਦਕ ਨੇ ਵਿਭਚਾਰਨੀ ਉੱਤੋਂ ਬਲਾਤਕਾਰਨੀ ਦਿੱਲੀ ਨਾਲ ਸਵਾਰਥਾਂ ਦੀ ਕਾਮ ਕ੍ਰੀੜਾ ਵਾਲਾ ਤ੍ਰਿਆ ਚਿੱਤਰ ਰਚਾ ਕੇ ਇਹ ਆਪਣੀ ਡਾਇਰੀ ਦੇ ਪੰਨੇ ਤਿਆਰ ਕੀਤੇ ਤਾਂ ਜੋ ਚੁਰਾਹੇ ਵਿੱਚ ਭੁਜਾਈ ਜਾ ਚੁੱਕੀ ਸਿੱਖ ਕੌਮ ਨੂੰ ਹੁਣ ਅਠਰਾਹੇ ਵਿੱਚ ਧੱਕਿਆ ਜਾ ਸਕੇ। ਮੈਂ ਇੰਤਜ਼ਾਰ ਕਰਦਾ ਰਿਹਾ ਕਿ ਇਸ ਅਖਬਾਰ ਨਾਲ ਪਹਾੜ ਬਣ ਕੇ ਚੱਟਾਨ ਵਾਂਗ ਖੜੇ ਹੋਣ ਵਾਲੇ ਦਿੱਲੀ ਨੂੰ ਪਤੀ ਸਵੀਕਾਰਨ ਵਾਲੇ ਅਖੌਤੀ ਖਾਲਿਸਤਾਨੀ ਜਿਨ੍ਹਾਂ ਤੇ ਸਿੱਖ ਕੌਮ ਨੂੰ ਵੀ ਮਾਣ ਹੈ ਤੇ ਜੋ ਤਤ ਗੁਰਮਤ ਦੇ ਗਿਆਤਾਵਾਂ ਦੀ ਫੌਜ ਭਾਈ ਮਨੀ ਸਿੰਘ ਵਾਂਗ ਹੀ ਤਤ ਖਾਲਸਾ ਤੇ ਬੰਦਈ ਖਾਲਸਾ ਤੋਂ ਦਲ ਵਾਲੇ ਖਾਲਸਾ ਤੇ ਪੰਚਾਇਤਾਂ ਵਾਲੇ ਖਾਲਸੇ ਬਣ ਕੇ ਇਸ ਦੇ ਹੱਕ ਵਿੱਚ ਨਿੱਤਰੇ ਹੋਏ ਹਨ।
ਸਿੱਖ ਸੁਤੰਤਰਤਾ ਅਤੇ ਰਾਸ਼ਟਰੀਅਤਾ ਪ੍ਰਤੀ ਅਪਣਾਈ ਇਸ ਦੀ ਇਸ ਮੰਦੀ ਸੋਚ ਨੂੰ ਤੁਰਤ ਸੁਧਾਰ ਦੇਣਗੇ। ਮੈਨੂੰ ਇਹ ਵੀ ਲੱਗਦਾ ਸੀ ਕਿ ਸ਼ਾਇਦ ਇਹ ਲੋਕ ਅਤੇ ਉਹ ਵਿਦੇਸ਼ੀ ਸਿੱਖ ਜੋ ਹਮੇਸ਼ਾ ਹੀ ਇਹ ਦਮ ਭਰਦੇ ਹਨ ਕਿ ਉਹ ਕੱਟੜ ਖਾਲਿਸਤਾਨੀ ਅਤੇ ਪੰਥ ਪ੍ਰਸਤ ਹਨ ਅਤੇ ਪੰਜਾਬ ਦੇ ਸਿੱਖਾਂ ਨਾਲੋਂ ਜ਼ਿਆਦਾ ਸਿਆਣੇ ਤੇ ਸਿੱਖੀ ਲਈ ਚਿੰਤਤ ਹਨ, ਅਜਿਹਾ ਮੇਰੇ ਨਾਲ ਕਈਆਂ ਨੇ ਦਾਅਵਾ ਕੀਤਾ ਹੋਇਆ ਹੈ। ਅਜਿਹੇ ਲੋਕ ਇਸ ਨੂੰ ਨੰਬਰ 1 ਵੈਬਸਾਈਟ ਬਣਾਉਣ ਵਾਲੇ ਸਿੱਖੀ ਦੇ ਡਾਲਰਾਂ ਪੌਂਡਾਂ ਵਾਲੇ ਇਸ ਗਲਤੀ ਨੂੰ ਸੁਧਾਰਨ ਅਤੇ ਮੁਆਫੀ ਮੰਗਣ ਲਈ ਜਾਂ ਕੋਈ ਹੋਰ ਰਾਹ ਇਸ ਦੇ ਵਡੇਰੇ ਹੰਕਾਰ ਨੂੰ ਹੋਰ ਚੁਫੇਰੇ ਵਰਗਾ ਕਰਨ ਹਿੱਤ ਰਾਹਦਾਰੀ ਕੱਢ ਕੇ ਕੋਈ ਹੱਲ ਕਰ ਦੇਣਗੇ। ਪਰ ਕਿੱਥੇ? ਕੌਮ ਨੂੰ ਅਤੇ ਕੌਮੀ ਨਿਸ਼ਾਨੇ ਨੂੰ ਢਾਹ ਲਾਉਣਾ ਹੀ ਤਾਂ ਇਹਨਾਂ ਦਾ ਮਾਣ ਹੈ, ਜਿਸ ਲਈ ਤਾਂ ਸਾਰੇ ਪ੍ਰੋਫੈਸਰ ਅਤੇ ਪ੍ਰੋਫੈਸਰ ਆਫ ਸਿੱਖੀਜ਼ਮ ਇਕੱਠੇ ਹੋ ਜਾਂਦੇ ਹਨ। ਉਹ ਲੀਡਰਾਂ ਅਤੇ ਸੰਸਥਾਵਾਂ ਦੀ ਲੰਮੀ ਚੌੜੀ ਫੋਰਸ ਜੋ ਆਪੋ ਆਪਣੇ ਹੰਕਾਰ ਦੀ ਨੱਕ ਤੇ ਮੱਖੀ ਵੀ ਨਹੀਂ ਬਹਿਣ ਦਿੰਦੇ। ਕੌਮ ਦੀ ਚਾਹੇ ਪਰੇ ਵਿੱਚ ਪੱਗ ਰੁਲ ਜਾਵੇ, ਸਭ ਇੱਕ ਚੁੱਪ 100 ਸੁੱਖ ਦੜ ਵੱਟ ਗਏ। ਮੈਂ ਫਿਰ ਇਸ ਦੇ ਮੁੱਖ ਸੰਪਾਦਕ ਨੂੰ, ਜਿਸ ਨੇ ਇਹ ਝੂਠ ਦਾ ਕੁਫਰ ਆਪਣੀ ਲੇਖਣੀ ਵਿੱਚ ਲਿਖਿਆ ਸੀ, ਇੱਕ ਰਜਿਸਟਰਡ ਖੱਤ ਪਾ ਕੇ ਇਸ ਦੇ ਇਸ ਚੈਲੰਜ ਨੂੰ ਸਵੀਕਾਰ ਕੀਤਾ। ਖੱਤ ਦੀ ਇੱਕ ਕਾਪੀ ਇਸ ਦੇ ਮੁੱਖ ਸਲਾਹਕਾਰਾਂ, ਸਹਿਯੋਗੀਆਂ ਅਤੇ ਟਰਸਟੀਆਂ ਨੂੰ ਵੀ ਭੇਜੀ। ਇਸ ਖੱਤ ਦਾ ਮੂਲ ਉਤਾਰਾ ਇੰਜ ਹੈ। ਇੱਕ ਓਂਕਾਰ ਅਕਾਲ ਸਹਾਇ, ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ, ਆਤਮਾ ਤੋਂ ਕਰਮਾਂ ਤੱਕ ਪ੍ਰਭੂ ਸੱਤਾ, ਸੱਚਾਈ ਅਤੇ ਇਨਸਾਫ ਨੂੰ ਸਮਰਪਿਤ। 7 ਅਕਤੂਬਰ 2009, ਸਰਦਾਰ ਜੋਗਿੰਦਰ ਸਿੰਘ ਜੀਓ, ਮੁੱਖ ਸੰਪਾਦਕ, ਰੋਜ਼ਾਨਾ ਸਪੋਕਸਮੈਨ, ਕੋਠੀ ਨੰਬਰ 3037, ਸੈਕਟਰ 19D, ਚੰਡੀਗੜ੍ਹ। ਸਰਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਗਾਤਾਰ 3 ਹਫ਼ਤੇ ਐਤਵਾਰੀ ਅੰਕ ਵਿੱਚ ਲੜੀਵਾਰ ਚੱਲੇ ਮੇਰੇ ਨਿੱਜੀ ਡਾਇਰੀ ਦੇ ਪੰਨੇ ਮਹੀਨੇ ਸਤੰਬਰ 2009 ਦੇ ਰੋਜ਼ਾਨਾ ਸਪੋਕਸਮੈਨ ਵਿਚਲੀ ਲੇਖ ਲੜੀ ਵਿੱਚ ਆਪ ਨੇ ਦਾਅਵਾ ਕੀਤਾ ਹੈ ਕਿ ਅੰਗਰੇਜ਼ ਸੱਚਮੁੱਚ ਸਿੱਖਾਂ ਨੂੰ ਖਾਲਿਸਤਾਨ ਦਿੰਦਾ ਸੀ। ਜੇ ਕੋਈ ਅੱਜ ਵੀ ਇਹ ਗੱਲ ਸਾਬਤ ਕਰ ਦੇਵੇ ਤਾਂ ਮੇਰੇ ਕੋਲੋਂ 10 ਲੱਖ ਰੁਪਏ ਲੈ ਲਵੇ। ਬਾਬਤ ਮੈਂ ਆਪ ਜੀ ਦੇ ਇਸ ਦਾਅਵੇ ਰੂਪੀ ਚੈਲੰਜ ਨੂੰ ਸਵੀਕਾਰਦਾ ਹਾਂ। ਮੈਨੂੰ ਆਸ ਸੀ ਕਿ ਕੌਮੀ ਪੈਸੇ ਨਾਲ ਪਿਛਲੇ 25 ਸਾਲਾਂ ਤੋਂ ਖਾਲਿਸਤਾਨ ਲਈ ਤੁਰੇ ਹੋਏ ਛਲੇਡੇ ਅਤੇ ਅਖੌਤੀ ਲੀਡਰ ਪਹਿਲਾਂ ਇਸ ਦਾ ਜਵਾਬ ਦੇ ਲੈਣ। ਅਫਸੋਸ, ਹਮੇਸ਼ਾ ਵਾਂਗ ਉਹ ਖਾਲਿਸਤਾਨ ਦੇ ਵਿਰੁੱਧ ਹੀ ਇਸ ਨੂੰ ਬਦਨਾਮ ਕਰਾਉਣ ਅਤੇ ਸਿੱਖਾਂ ਦੇ ਮਨ ਮਸਤਕ ਵਿੱਚੋਂ ਇਸ ਨੂੰ ਕੱਢ ਦੇਣ ਵਾਲੀਆਂ ਕਾਰਵਾਈਆਂ ਕਰਵਾਉਣ ਵਿੱਚ ਉਵੇਂ ਹੀ ਉਲਝੇ ਰਹਿੰਦੇ ਹਨ ਜਿਵੇਂ ਆਪ ਜੀ। ਇਹ ਉਹ ਆਚਰਣ ਹੈ ਜੋ ਸਿੱਖੀ ਕਿਰਦਾਰ ਵਿੱਚ ਹੀ ਸਿੱਖ ਹਿਤੈਸ਼ੀ ਤੇ ਪੰਥਕ ਬਣ ਕੇ ਸਿੱਖੀ ਦੀਆਂ ਜੜ੍ਹਾਂ ਵੜਦਾ ਹੀ ਨਹੀਂ, ਸਗੋਂ ਦੁਬਾਰਾ ਹਰੀਆਂ ਨਾ ਹੋ ਜਾਣ, ਇਸ ਨਿਮਿਤ ਪੱਕਾ ਪ੍ਰਬੰਧ ਕਰਕੇ ਇਸ ਵਿੱਚ ਫਿਰ ਤੇਜ਼ਾਬ ਵੀ ਪਾਉਂਦਾ ਹੈ। ਮੈਂ ਆਪ ਜੀ ਦੇ ਕੀਤੇ ਵੰਗਾਰੀ ਦਾਅਵੇ ਨੂੰ ਹੇਠ ਲਿਖੇ ਅਨੁਸਾਰ ਸਵੀਕਾਰਦਾ ਹਾਂ। ਪਹਿਲਾ, ਜਿਸ ਸਮੇਂ ਕਾਲ ਦੀਆਂ ਤੁਸੀਂ ਖੁਦ ਉਦਾਹਰਨਾਂ ਦਿੱਤੀਆਂ ਹਨ, ਉਸ ਸਮੇਂ ਕਾਲ ਵਿੱਚ ਮੁੱਦਾ ਸਿੱਖ ਨੇਸ਼ਨ ਦਾ ਸੀ ਅਤੇ ਇਸ ਵੱਖਰੀ ਅੱਡਰੀ ਸਿੱਖ ਨੇਸ਼ਨ ਨੂੰ ਕੀ ਅੰਗਰੇਜ਼ ਨੇ ਸਵੀਕਾਰਿਆ ਕਿ ਨਹੀਂ, ਮੁੱਦਾ ਇਹ ਹੈ। ਦੂਜਾ, ਕਿ ਅੰਗਰੇਜ਼ ਸਿੱਖ ਨੇਸ਼ਨ ਨੂੰ ਧਾਰਮਿਕ ਘੱਟ ਗਿਣਤੀ ਦੇ ਤੌਰ ਤੇ ਭਾਰਤ ਦੀ ਵੰਡ ਵੇਲੇ ਅੱਡ ਦੇਸ਼ ਦੇਣ ਨੂੰ ਤਿਆਰ ਸੀ ਜਾਂ ਨਹੀਂ। ਉਸ ਦਾ ਕੋਈ ਨਾਮਕਰਨ ਉਸ ਵਕਤ ਨਹੀਂ ਸੀ। ਇਹ ਤੁਹਾਡੇ ਹੀ ਦਿਮਾਗ ਦੀ ਉਪਜ ਹੈ ਕਿ ਉਸ ਵਕਤ ਨਾਮਕਰਨ ਸੀ। ਇਸ ਨੂੰ ਤੁਸੀਂ ਸਾਬਤ ਕਰੋ। ਅਤੇ ਤੀਜਾ, ਇਸ ਨੂੰ ਮੈਂ ਸਾਬਤ ਕਰਾਂਗਾ ਕਿ ਅੰਗਰੇਜ਼ ਸਿੱਖਾਂ ਨੂੰ ਅੱਡਰੀ, ਵਿਲੱਖਣ ਅਤੇ ਸੁਤੰਤਰਤਾ ਚਾਹੁਣ ਵਾਲੀ ਧਾਰਮਿਕ ਤੇ ਰਾਜਸੀ, ਸਮਾਜਿਕ ਅਤੇ ਸੱਭਿਅਤਾ ਧਾਰੀ ਨੇਸ਼ਨ ਸਵੀਕਾਰਦੇ ਸਨ। ਸਿੱਖਾਂ ਨੂੰ ਇਸੇ ਨਿਮਿਤ ਅੱਡ ਦੇਸ਼ ਦੇਣ ਲਈ ਤਿਆਰ ਸਨ, ਪਰ ਲੀਡਰਸ਼ਿਪ ਨੇ ਇਸ ਨੂੰ ਸਮਝਿਆ ਨਹੀਂ ਅਤੇ ਨਾਲ ਹੀ ਸਿੱਖਾਂ ਪਾਸ ਅੱਡ ਦੇਸ਼ ਲੈਣ ਦਾ ਉਸ ਵਕਤ ਸੰਵਿਧਾਨਕ ਆਧਾਰ ਅਤੇ ਵਿਧਾਨਕ ਪ੍ਰਬੰਧ ਤੋਂ ਇਲਾਵਾ ਇਸ ਨਿਮਿਤ ਠੋਸ ਲਿਖਿਤ ਵਚਨਬੱਧਤਾ ਵੀ ਸੀ। ਚੌਥਾ, ਇਹ ਵਿਚਾਰਕ ਵੰਗਾਰ ਦਾ ਨਿਰਣਾ ਬੰਦ ਕਮਰਾ ਮੀਟਿੰਗ ਵਿੱਚ ਨਹੀਂ ਹੋਵੇਗਾ, ਕਿਉਂਕਿ ਤੁਸੀਂ ਲੋਕਤੰਤਰੀ ਪੱਧਤੀ ਰਾਹੀਂ ਖੁਦ ਹੀ ਵੰਗਾਰ ਲੋਕਾਂ ਵਿੱਚ ਮੀਡੀਏ ਰਾਹੀਂ ਲੋਕ ਮੁੱਦਾ ਬਣਾ ਕੇ ਪਾਈ ਹੈ। ਇਸ ਲਈ ਆਪ ਜੀ ਆਪਣੀ ਸਹੂਲਤ ਮੁਤਾਬਕ ਆਪਣੀ ਅਖਬਾਰ ਵਿੱਚ ਹੀ ਇਸ ਮੁੱਦੇ ਤੇ ਲੋਕ ਇਕੱਠ ਜਿੱਥੇ ਮਰਜ਼ੀ ਸੱਦ ਲਵੋ। ਨਾਲ ਹੀ ਇਸ ਦਾ ਫੈਸਲਾ ਕਰਨ ਲਈ ਕਿ ਸੱਚੇ ਤੁਸੀਂ ਹੋ ਜਾਂ ਮੈਂ, ਇਸ ਦਾ ਨਿਰਣਾ ਕਰਨ ਲਈ ਵੀ ਨਿਰਲੇਪ ਅਤੇ ਕਿਸੇ ਵੀ ਧੜੇ ਨਾਲ ਸੰਬੰਧ ਨਾ ਰੱਖਣ ਵਾਲੇ ਆਪਣੀ ਪਸੰਦ ਦੇ ਹੀ 5 ਵਿਦਵਾਨਾਂ ਦਾ ਪੈਨਲ ਬਤੌਰ ਜੱਜ ਬਣਾ ਲਵੋ, ਜਿਨ੍ਹਾਂ ਸਾਹਮਣੇ ਅਸੀਂ ਦੋਵੇਂ ਆਪੋ ਆਪਣਾ ਦਾਅਵੇ ਲੋਕਾਂ ਦੇ ਇਕੱਠ ਵਿੱਚ ਰੱਖੀਏ ਤੇ ਨਿਰਣਾ ਜੋ ਪੈਨਲ ਦੇਵੇ ਉਸ ਨੂੰ ਸਵੀਕਾਰ ਕਰੀਏ। ਪੰਜਵਾਂ,
ਮੈਨੂੰ ਆਪ ਜੀ ਵੱਲੋਂ ਲੋਕਾਂ ਤੋਂ ਉਗਰਾਹੀ 10 ਲੱਖ ਦੀ ਲੋਕ ਕਮਾਈ ਨਹੀਂ ਚਾਹੀਦੀ। ਇਸ ਲਈ ਪਹਿਲਾਂ ਆਪਣਾ ਬੈਂਕ ਅਕਾਊਂਟ ਨਿੱਜੀ ਕਮਾਈ ਦਾ ਸਪਸ਼ਟ ਕਰੋ ਕਿ ਕੀ ਤੁਹਾਡੇ ਪਾਸ ਆਪਣੀ ਕਮਾਈ ਦੇ 10 ਲੱਖ ਰੁਪਏ ਦੇਣ ਜੋਗੇ ਹਨ ਵੀ। ਲੋਕਾਂ ਦੀ ਖੂਨ ਪਸੀਨੇ ਦੀ ਕਿਰਤ ਦੇ ਹੀ ਡਾਕੇਵਾਦੀ ਦਾਅਵੇ ਨਾ ਕਰੀ ਜਾਵੋ। ਇਸ ਲਈ ਆਪਣੀ ਕਿਰਤ ਦੇ ਸਪਸ਼ਟ ਸਬੂਤ ਅਖਬਾਰ ਵਿੱਚ ਦੇਵੋ ਤੇ ਉਹ ਨਾਲ ਲੈ ਕੇ ਆਓ। 6ਵਾਂ, ਤੁਹਾਡਾ ਇਹ ਇਖਲਾਕੀ ਲੋਕ ਫਰਜ਼ ਅਤੇ ਬਤੌਰ ਮੀਡੀਆ ਵਿੱਚ ਦਿੱਤੇ ਦਾਅਵੇ ਕਰਕੇ ਇਸ ਦਾਅਵੇ ਦਾ ਜਵਾਬ ਆਉਣ ਵਾਲੇ ਖੱਤ ਨੂੰ ਆਪਣੇ ਹੀ ਅਖਬਾਰ ਵਿੱਚ ਹੂਬਹੂ ਪ੍ਰਕਾਸ਼ਿਤ ਕਰਨ ਦਾ ਮੀਡੀਆ ਦੇ ਆਦਰਸ਼ ਕੋਡ ਆਫ ਕੰਡਕਟ ਦਾ ਇੱਕ ਜ਼ਰੂਰੀ ਫਰਜ਼ ਹੈ। ਇਸ ਲਈ ਇਸ ਨੂੰ ਆਪਣੇ ਪੱਤਰ ਵਿੱਚ ਪ੍ਰਕਾਸ਼ਿਤ ਕਰਨ ਦੀ ਖੇਚਲ ਕਰ ਲੋਕਾਂ ਨੂੰ ਸੂਚਿਤ ਕਰੋ ਕਿ ਆਪ ਦਾ ਦਿੱਤਾ ਚੈਲੰਜ ਅਤਿੰਦਰਪਾਲ ਸਿੰਘ ਖਾਲਿਸਤਾਨੀ ਨੇ ਸਵੀਕਾਰ ਕਰ ਲਿਆ ਹੈ। ਉਸੇ ਹੀ ਖਬਰ ਵਿੱਚ ਨਿਰਣੇ ਲਈ ਇਕੱਠ ਦੀ ਮਿਤੀ, ਸਥਾਨ, ਸਮੇਂ ਅਤੇ ਪੈਨਲ ਵੀ ਘੋਸ਼ਿਤ ਕਰੋ। ਮੈਂ ਪੂਰਨ ਆਸ ਰੱਖਦਾ ਹਾਂ ਕਿ ਆਪ ਜੀ ਹੁਣ ਆਪਣੇ ਨਿੱਜੀ ਇਖਲਾਕ ਅਤੇ ਆਚਰਣ ਦੀ ਮਰਿਆਦਾ ਤੋਂ ਨਾ ਡਿੱਗੋਗੇ ਤੇ ਨਾ ਹੀ ਭੱਜਣ ਲਈ ਆਪਣੇ ਲਾਈ ਲੱਗਾ ਚਾਪਲੂਸਾਂ ਅਤੇ ਅਖਬਾਰ ਦੀ ਸੁਰਖੀ ਬਣਨ ਦੇ ਲਾਲਚੀਆਂ ਨੂੰ ਹੀ ਅੱਗੇ ਲਾਓਗੇ, ਕਿਉਂਕਿ ਇੰਜ ਕਰਨਾ ਤੁਹਾਡੀ ਨਿੱਜੀ ਪੁਰਾਣੀ ਕਮਜ਼ੋਰੀ ਹੈ। ਇਸ ਨੂੰ ਕੌਮ ਹਿੱਤ ਵਿੱਚ ਦੁਬਾਰਾ ਤੇ ਬਾਰ-ਬਾਰ ਨਹੀਂ ਦੁਹਰਾਓਗੇ। ਚੈਲੰਜ ਤੁਹਾਡਾ ਹੈ ਤੇ ਜਵਾਬ ਮੇਰਾ। ਆਓ ਮਰਦਾਂ ਵਾਂਗ ਆਮੋ ਸਾਹਮਣੇ ਖੜੀਏ ਤੇ ਫੈਸਲਾ ਨਿਰਪੱਖ ਤੇ ਨਿਰਲੇਪ ਪੈਨਲ ਤੋਂ ਪੰਥ ਦੀ ਹਜ਼ੂਰੀ ਵਿੱਚ ਕਰਵਾਈਏ। ਬੜੀ ਸ਼ਿੱਦਤ ਨਾਲ ਆਪ ਜੀ ਦੇ ਜਵਾਬ ਦੀ ਉਡੀਕ ਵਿੱਚ ਅਤਿੰਦਰਪਾਲ ਸਿੰਘ ਖਾਲਿਸਤਾਨੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ, ਜਪ ਘਰ, ਭਾਦਸੋਂ ਰੋਡ, ਪਿੰਡ ਜੱਸੋਵਾਲ ਬੱਸ ਅੱਡੇ ਦੇ ਸਾਹਮਣੇ, ਡਾਕਖਾਨਾ ਸਿੱਧੂਵਾਲ, ਪਟਿਆਲਾ, ਪੰਜਾਬ। 350 ਈਮੇਲ ਦੇ ਪਤਿਆਂ ਤੋਂ ਇਲਾਵਾ ਇਸ ਦਾ ਉਤਾਰਾ ਕਾਰਵਾਈ ਹਿੱਤ ਤੁਹਾਡੇ ਹੇਠ ਲਿਖੇ ਸੰਗੀ ਸਹਿਯੋਗੀਆਂ ਨੂੰ ਵੀ ਭੇਜਿਆ ਜਾਂਦਾ ਹੈ। ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ, ਪਟਿਆਲਾ, ਸਰਦਾਰ ਮਾਨ ਸਿੰਘ ਜੀ ਨਿਰੰਕਾਰੀ, ਚੰਡੀਗੜ੍ਹ, ਸਰਦਾਰ ਦਲਜੀਤ ਸਿੰਘ ਜੀ, ਲੁਧਿਆਣਾ, ਸਰਦਾਰ ਉਪਕਾਰ ਸਿੰਘ ਜੀ ਅਤੇ ਸਮੂਹ ਫਰੀਦਾਬਾਦੀ ਟੀਮ, ਸਰਦਾਰ ਨਰਿੰਦਰ ਸਿੰਘ ਜੀ, ਜੰਮੂ ਅਤੇ ਸਮੂਹ ਤੱਤ ਗੁਰਮਤਿ ਟੀਮ, ਡਾਕਟਰ ਗੁਰਸ਼ਰਨਜੀਤ ਸਿੰਘ ਜੀ, ਅੰਮ੍ਰਿਤਸਰ, ਸਰਦਾਰ ਗੁਰਿੰਦਰ ਸਿੰਘ ਮਹਿੰਦੀ ਰੱਤਾ, ਕੋਟਕਪੂਰਾ। ਮੈਨੂੰ ਬੜੀ ਹੈਰਾਨੀ ਹੋਈ ਕਿ ਇਹਨਾਂ ਵਿੱਚੋਂ ਕਿਸੇ ਨੇ ਵੀ ਮੇਰੇ ਇਸ ਖੱਤ ਦਾ ਕੋਈ ਉੱਤਰ ਨਹੀਂ ਦਿੱਤਾ ਤਾਂ ਜੋ ਇਹਨਾਂ ਨੂੰ ਸੱਚੇ ਸੁੱਚੇ ਸਿੱਖ ਹੋਣ ਦੇ ਇਹਨਾਂ ਦੇ ਦਾਅਵੇ ਦਾ ਸਬੂਤ ਹੀ ਕੋਈ ਮਿਲ ਜਾਂਦਾ। ਇਹਨਾਂ ਆਪਣੇ ਦਾਅਵਿਆਂ ਦੀ ਖੁਦ ਆਪ ਹੀ ਫੂਕ ਕੱਢ ਦਿੱਤੀ। ਸਰਦਾਰ ਨਰਿੰਦਰ ਸਿੰਘ ਜੰਮੂ ਤੋਂ, ਜਿਨ੍ਹਾਂ ਮੈਨੂੰ ਫੋਨ ਕਰਕੇ ਕਿਹਾ ਕਿ ਉਹ ਖੁਦ ਅਤੇ ਤੱਤ ਗੁਰਮਤ ਪਰਿਵਾਰ ਇਸ ਮੁੱਦੇ ਤੇ ਮੇਰੇ ਨਾਲ ਹੈ, ਉਹਨਾਂ ਇਹ ਵੀ ਕਿਹਾ ਕਿ ਉਹਨਾਂ ਸਭਨਾਂ ਨੇ ਮੀਟਿੰਗ ਕਰਕੇ ਮਾਮਲਾ ਵਿਚਾਰ ਕੇ ਮੁੱਖ ਸੰਪਾਦਕ ਨੂੰ ਕਿਹਾ ਹੈ ਕਿ ਸੰਵਾਦ ਸੰਗਤ ਦੀ ਹਾਜ਼ਰੀ ਵਿੱਚ ਹੋਣਾ ਚਾਹੀਦਾ ਹੈ। ਇਹਨਾਂ ਨੇ ਵੈਬਸਾਈਟ ਤੇ ਵੀ ਆਪਣੀ ਇਸ ਗੱਲ ਅਤੇ ਰਾਏ ਦੀ ਪੁਸ਼ਟੀ ਕੀਤੀ ਹੈ, ਜਿਸ ਕਰਕੇ ਇਹ ਧੰਨਵਾਦ ਦੇ ਪਾਤਰ ਹਨ। ਇਹਨਾਂ ਮੈਨੂੰ ਸਲਾਹ ਦਿੱਤੀ ਕਿ ਥੋੜੀ ਦੇਰ ਇੰਤਜ਼ਾਰ ਕਰਾਂ ਤੇ ਫਿਰ ਇੱਕ ਰਿਮਾਈਂਡਰ ਪਾ ਦੇਵਾਂ। ਮੈਂ ਇੰਜ ਹੀ ਕੀਤਾ, ਪਰ ਫਿਰ ਕੋਈ ਜਵਾਬ ਨਾ ਆਇਆ। ਹੁਣ ਹੈਰਾਨਕੁਨ ਤਰੀਕਾਕਾਰ ਰਾਹੀਂ ਸਰਦਾਰ ਜੋਗਿੰਦਰ ਸਿੰਘ ਮੁੱਖ ਸੰਪਾਦਕ ਨੇ 6 ਮਹੀਨੇ ਬਾਅਦ ਆਪਣੇ ਅਖਬਾਰ ਦੇ ਸੰਪਾਦਕੀ ਵਿੱਚ ਇੱਕ ਨੋਟ ਮੇਰੇ ਖੱਤ ਸੰਬੰਧੀ ਲਿਖਿਆ ਹੈ, ਜਿਸ ਵਿੱਚ ਉਸਨੇ ਫਿਰ ਕੁਫਰ ਤੋਲਿਆ ਹੈ ਤੇ ਸਿਰੇ ਦਾ ਝੂਠ ਬੋਲਿਆ ਹੈ। ਮੈਂ ਉਸ ਨੂੰ ਹੁਣ ਪੂਰੇ ਵਿਸਥਾਰ ਨਾਲ ਇੱਕ ਖੱਤ ਸਬੂਤਾਂ ਸਮੇਤ ਅਤੇ ਉਹ ਖੁਦ ਕੀ ਲਿਖਦਾ ਹੈ ਇਸ ਨੂੰ ਦੇ ਕੇ ਉਸ ਨੂੰ ਰਜਿਸਟਰਡ ਡਾਕ ਰਾਹੀਂ ਭੇਜ ਕੇ ਸਾਰੀਆਂ ਹੀ ਪੰਥਕ ਧਰਾਂ ਤੇ ਤਖਤ ਸਾਹਿਬਾਨਾਂ ਨੂੰ ਇਸ ਦਾ ਨਿਰਣਾ ਕਰਾਉਣ ਲਈ ਘੱਲਿਆ ਹੈ। ਅਫਸੋਸ ਹੈ ਕਿ ਕਿਤਾਬ ਛਪਣ ਤੱਕ ਮੈਨੂੰ ਕਿਸੇ ਦਾ ਕੋਈ ਉੱਤਰ ਨਹੀਂ ਆਇਆ ਹੈ ਕਿ ਖਾਲਿਸਤਾਨ ਦੇ ਵਿਰੁੱਧ ਵਾਕਈ ਹੀ ਸਭ ਇਕਮੁੱਠ ਹਨ। ਇਹ ਚੇਤਨ ਦਿਮਾਗਾਂ ਦੇ ਰੜਕਣ ਦਾ ਵਿਸ਼ਾ ਹੈ। ਮੈਂ ਉਸ ਨੂੰ ਪਾਏ ਖੱਤ ਵਿੱਚ ਜੋ ਜਵਾਬ ਭੇਜਿਆ ਹੈ ਤੇ ਖਾਲਿਸਤਾਨ ਦਾ ਦਾਅਵਾ ਪੇਸ਼ ਕੀਤਾ ਹੈ, ਉਸ ਨੂੰ ਖੱਤ ਦੇ ਮੂਲ ਤੋਂ ਹੀ ਪਾਠਕ ਜਨ ਆਪ ਸਿੱਧਾ ਪੜ੍ਹਨ ਤਾਂ ਠੀਕ ਸੰਵਾਦ ਅਤੇ ਸੰਚਾਰ ਹੋਵੇਗਾ। ਇੱਕ ਓੰਕਾਰ ਅਕਾਲ ਸਹਾਇ ਅਤਿੰਦਰਪਾਲ ਸਿੰਘ ਖਾਲਿਸਤਾਨੀ, ਜਪਘਰ, ਭਾਦਸੋਂ ਰੋਡ, ਸਾਹਮਣੇ ਬੱਸ ਅੱਡਾ, ਜੱਸੋਵਾਲ, ਡਾਕਘਰ ਸਿੱਧੂਵਾਲ, ਪਟਿਆਲਾ। ਫੋਨ ਨੰਬਰ ਹੁਣ ਇਸ ਐਡੀਸ਼ਨ ਵਾਲੇ ਫੋਨ ਨੰਬਰ ਹੈ ਜੀ। ਮਿਤੀ 7 ਅਪ੍ਰੈਲ 2010। ਸਰਦਾਰ ਜੋਗਿੰਦਰ ਸਿੰਘ ਜੀਓ, ਮੁੱਖ ਸੰਪਾਦਕ, ਰੋਜ਼ਾਨਾ ਸਪੋਕਸਮੈਨ, ਕੋਠੀ ਨੰਬਰ 3037, ਸੈਕਟਰ 19D, ਚੰਡੀਗੜ੍ਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਗਰੇਜ਼ ਸਿੱਖਾਂ ਨੂੰ ਕੀ ਦਿੰਦੇ ਸਨ? ਇੱਕ ਜ਼ਰੂਰੀ ਨੋਟ ਤੁਹਾਡਾ 22 ਮਾਰਚ 2010 ਦਾ ਸੰਪਾਦਕੀ ਮੈਨੂੰ ਭੇਜਿਆ ਗਿਆ ਹੈ। 6 ਮਹੀਨੇ ਆਪਣੇ ਭਾੜੇ ਦੇ ਸਲਾਹਕਾਰਾਂ ਨਾਲ ਸਲਾਹ ਤੋਂ ਬਾਅਦ ਜਿਹੜਾ ਜਵਾਬ ਤੁਸੀਂ ਮੇਰੇ ਖੱਤ ਦੇ ਜਵਾਬ ਵਿੱਚ ਹੁਣ ਛਾਪਿਆ ਹੈ, ਉਸਨੇ ਤੁਹਾਡੇ ਕਿਰਦਾਰ ਦੇ ਪਾਜ਼ ਉਧੇੜ ਦਿੱਤੇ ਹਨ।
ਇਸ ਹਿੱਤ ਮੈਂ ਤੁਹਾਡਾ ਅਵਸ਼ ਧੰਨਵਾਦ ਕਰਦਾ ਹਾਂ। ਜਿਵੇਂ ਕਿ ਆਸ ਸੀ, ਤੁਸੀਂ ਉਸ ਤੋਂ ਵੀ ਹੇਠਲੇ ਪੱਧਰ ਤੇ ਆ ਕੇ ਅਤੇ ਆਸ ਤੋਂ ਵੀ ਵਿਪਰੀਤ ਆਪਣੇ ਹੰਕਾਰ ਦੇ ਸਾਰੇ ਹੀ ਹਿਟਲਰੀ ਮਿਆਰਾਂ ਨੂੰ ਤੋੜ ਕੇ ਹਵਾ ਵਿੱਚ ਸੋਡੀਅਮ ਵਾਂਗ ਤਿੜ-ਤਿੜ ਕਰ ਫੁਦਕਣ ਲੱਗ ਪਏ ਹੋ। ਗੱਲ ਨੂੰ ਤੋੜ ਮਰੋੜ ਕੇ ਆਪਣੇ ਹੰਕਾਰ ਤੁੱਲ ਬਣਾਈ ਰੱਖਣ ਦਾ ਗੁਰ ਹਰ ਇੱਕ ਝੂਠੇ ਅਤੇ ਮੱਕਾਰੀ ਸ਼ਖਸ ਨੂੰ ਆਉਂਦਾ ਹੈ, ਕਿਉਂਕਿ ਇਹੋ ਹੀ ਉਸ ਦੀ ਆਚਰਣਕ ਵਿਅਕਤੀਗਤ ਪਹਿਚਾਣ ਦੀ ਦਿੱਖ ਹੁੰਦੀ ਹੈ, ਜੋ ਕਿਸੇ ਵੀ ਮੱਕਾਰੀ ਅਤੇ ਝੂਠੇ ਨੂੰ ਉਸ ਦੀ ਸਿਖਰ ਪ੍ਰਦਾਨ ਕਰਦੀ ਹੈ। ਗੱਲ ਨੂੰ ਤੋੜ ਮਰੋੜ ਕੇ ਹੁਣ ਪੇਸ਼ ਨਾ ਕਰੋ। 10 ਲੱਖੀ ਹੰਕਾਰੀ ਚੈਲੰਜ ਤਾਂ ਤੁਸੀਂ ਖੁਦ ਅਖਬਾਰ ਵਿੱਚ 3 ਕਿਸ਼ਤਾਂ ਵਿੱਚ ਦਿੱਤਾ ਹੈ। ਮੇਰੇ 7 ਅਕਤੂਬਰ 2009 ਦੇ ਖੱਤ ਵਿੱਚ ਨਾ ਤਾਂ ਗੱਲ 10 ਲੱਖ ਰੁਪਇਆਂ ਦੀ ਹੀ ਹੈ ਅਤੇ ਨਾ ਹੀ ਗੱਲ ਸਰਦਾਰ ਕਪੂਰ ਸਿੰਘ ਦੀ ਲਿਖਤ ਦੀ ਹੈ। ਗੱਲ ਪੰਥਕ ਰਾਸ਼ਟਰੀਅਤਾ ਦੇ ਉਸ ਖਾਲਿਸਤਾਨ ਦੇ ਸਿਧਾਂਤ ਦੀ ਹੈ, ਜਿਸ ਲਈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲੋਂ ਤੋਰਿਆ ਸੀ। ਇਸ ਸ਼ਹੀਦ ਯੋਧੇ ਨੇ ਪੰਜਾਬ ਵਿੱਚ ਪਹਿਲੀ ਸਰਕਾਰੇ ਖਾਲਸਾ ਦੀ ਕਾਇਮੀ ਰਾਹੀਂ ਸਿੱਖ ਸਲਤਨਤ ਨੂੰ ਖਾਲਸੇ ਦੇ ਨਾਮ ਤੇ ਸਥਾਪਿਤ ਕਰਕੇ ਖਾਲਿਸਤਾਈ ਲੋਕ ਰਾਜ ਦੇ ਗਣਤੰਤਰ ਨੂੰ ਸਥਾਪਿਤ ਕਰ ਖਾਲਿਸਤਾਨ ਦੀ ਲੋਕ ਕ੍ਰਾਂਤੀ ਰਾਹੀਂ ਸਥਾਪਿਤ ਹੋਈ ਗਣਤੰਤਰੀ ਰਾਸ਼ਟਰੀਅਤਾ ਦੀ ਪਹਿਚਾਣ ਦਾ ਮੁੱਢ ਬੰਨਿਆ ਸੀ। ਖਾਲਿਸਤਾਨ ਖਾਲਸੇ ਦੀ ਰਾਜਨੀਤਿਕ ਸੁਤੰਤਰ ਸੋਚ ਦੀ ਸਰਕਾਰੇ ਖਾਲਸਾ ਦੀ ਵਰਤਮਾਨ ਵਿੱਚ ਰਾਜਨੀਤਿਕ ਪ੍ਰਣਾਲੀ ਬਣ ਚੁੱਕਾ ਹੈ। ਖਾਲਿਸਤਾਨ ਸ਼ਬਦ ਅਤੇ ਸਿਧਾਂਤ ਦੇ ਤੌਰ ਤੇ ਉਹ ਸਾਰੀਆਂ ਹੀ ਕਾਨੂੰਨੀ ਅਤੇ ਵਿਧਾਨਕ ਲੋੜਾਂ ਪੂਰੀਆਂ ਕਰਕੇ ਸਿੱਖ ਰਾਸ਼ਟਰੀਅਤਾ ਦਾ ਰਾਜਨੀਤਿਕ ਸਿਧਾਂਤ ਬਣ ਚੁੱਕਿਆ ਹੈ। ਤੁਸੀਂ ਆਪਣੇ ਲੇਖ ਵਿੱਚ ਇਸ ਨੂੰ ਗਾਲ ਵਾਂਗ ਇਸਤੇਮਾਲ ਕਰਕੇ ਅਤੇ ਗਾਲ ਹੀ ਕੱਢਣ ਦੇ ਲਹਿਜੇ ਵਿੱਚ ਪੂਰੀ ਤਰ੍ਹਾਂ ਕਾਂਗਰਸੀ ਸਾਬਤ ਕੀਤਾ ਹੈ। ਅਸਲ ਮੁੱਦਾ ਇਹੋ ਹੈ। ਇਸ ਦਾ ਦੂਜਾ ਪੱਖ ਇਹ ਹੈ ਕਿ ਤੁਸੀਂ ਪੂਰਾ ਜ਼ੋਰ ਲਾ ਕੇ ਇਹ ਦੂਸ਼ਿਤ ਅਤੇ ਕਰੂਰ ਮਾਨਸਿਕਤਾ ਦਾ ਆਪਣੀ ਲੇਖਣੀ ਰਾਹੀਂ ਝੂਠਾ ਪ੍ਰਚਾਰ ਕੀਤਾ ਹੈ ਕਿ ਸਿੱਖਾਂ ਸਾਹਮਣੇ ਸੁਤੰਤਰ ਹੋਣ ਦਾ ਕੋਈ ਮੁੱਦਾ ਹੈ ਹੀ ਨਹੀਂ ਸੀ। ਸਿੱਖ 1947 ਤੋਂ ਪਹਿਲਾਂ ਜਾਂ ਦੇਸ਼ ਵੰਡ ਵਕਤ ਤੱਕ ਖਾਲਿਸਤਾਨ ਨਹੀਂ ਸਨ ਚਾਹੁੰਦੇ। ਦੇਸ਼ ਵੰਡ ਤੋਂ ਪਹਿਲਾਂ ਸਰਦਾਰ ਸਵਰਨ ਸਿੰਘ ਰਾਹੀਂ ਕਾਂਗਰਸ ਨੇ ਤੇ ਬਾਅਦ ਵਿੱਚ ਵੀ ਕਾਂਗਰਸ ਨੇ ਹੀ ਆਪਣੇ ਲਾਭ ਲਈ ਇਹ ਨਾਅਰਾ ਉਛਾਲਿਆ। ਸਿੱਖਾਂ ਦਾ ਇਸ ਨਾਲ ਕੋਈ ਸਰੋਕਾਰ ਨਹੀਂ। ਪਤਾ ਨਹੀਂ ਲੋਕ ਆਪਣੇ ਅਤੀਤ ਤੋਂ ਇੰਜ ਕਿਵੇਂ ਮੁਕਰ ਸਕਦੇ ਹਨ, ਜਿਹੜਾ ਸਭ ਨੂੰ ਯਾਦ ਕਰਾਉਂਦਾ ਹੈ ਕਿ 5 ਪਾਣੀ ਗਿਆਨੀ ਜੈਲ ਸਿੰਘ ਦੀ ਬੁੱਕਲ ਵਿੱਚੋਂ ਹੀ ਬਾਹਰ ਆਉਂਦਾ ਸੀ। ਉਹ ਲੋਕ ਪੰਥਕ ਨਿਸ਼ਾਨੇ ਖਾਲਿਸਤਾਨ ਨੂੰ ਕਾਂਗਰਸੀ ਦੇਣ ਕਹਿੰਦੇ ਹਨ, ਜੋ ਖੁਦ ਕਾਂਗਰਸ ਦੀ ਰੰਡੀਬਾਜ਼ੀ ਦੀ ਪੈਦਾਇਸ਼ ਰਹੇ ਹਨ। ਕੀ ਇਹ ਸੱਚ ਨਹੀਂ ਹੈ? ਜੇ ਕਾਂਗਰਸ ਕਿਤੇ 1400 ਸਾਂਝੇ ਵਰੇ ਵਿੱਚ ਹੋਂਦ ਵਿੱਚ ਆਈ ਹੁੰਦੀ ਤਾਂ ਅਜਿਹੇ ਇਖਲਾਕ ਤੋਂ ਡਿੱਗੇ ਅਨਸਰਾਂ ਨੇ ਤਾਂ ਯਕੀਨਨ ਇਹ ਵੀ ਸਾਬਤ ਕਰਨ ਵਿੱਚ ਕਸਰ ਨਹੀਂ ਸੀ ਛੱਡਣੀ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਵੀ ਸ਼ੱਕੀ ਬਣਾ ਦੇਣੇ ਸਨ। ਜਿਵੇਂ ਹੁਣੇ ਹੀ ਤੁਸੀਂ 16 ਮਾਰਚ 2010 ਦੇ ਆਪਣੇ ਸੰਪਾਦਕੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਸ਼ੱਕੀ ਬਣਾ ਦੇਣ ਦੀ ਨਾ ਬਖਸ਼ਣਯੋਗ ਕਲਮੀ ਗੱਦਾਰੀ ਸਿੱਖੀ ਨਾਲ ਕਰ ਦਿੱਤੀ ਹੈ। ਅਜਿਹੀਆਂ ਨੇ ਹੀ ਲੰਗੋਟੇ ਕਸੇ ਹੋਏ ਹਨ ਕਿ ਹਰ ਇੱਕ ਸਿੱਖ ਸੰਸਥਾ, ਸਿੱਖ ਸਥਾਪਿਕਤਾ, ਸਿੱਖ ਸੰਕਲਪ, ਸਿੱਖ ਸਿਧਾਂਤ, ਸਿੱਖ ਅਸੂਲ, ਸਿੱਖ ਮਰਿਆਦਾ, ਸਿੱਖ ਰਹਿਤ ਅਤੇ ਸਿੱਖ ਵਿਸ਼ਵਾਸ ਨੂੰ ਤੀਲੀ ਲਾ ਕੇ ਆਪਣਾ ਉੱਲੂ ਸਿੱਧਾ ਕਰੋ। ਇਹ ਉਹ ਲੋਕ ਹਨ ਜਿਹੜੇ ਖੁਦ ਹੁਣੇ ਹੀ 2007 ਦੀਆਂ ਚੋਣਾਂ ਵਿੱਚ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਕਾਂਗਰਸੀ ਬਣਾਉਣ ਵਾਸਤੇ ਆਪਣੀਆਂ ਅੰਤੜੀਆਂ ਤੋਂ ਲੈ ਕੇ ਗੁੱਦਾ ਤੱਕ ਦਾ ਜ਼ੋਰ ਲਾ ਕੇ ਹਟੇ ਹਨ। ਹੁਣ ਖਾਲਿਸਤਾਨ ਦੇ ਪੰਥਕ ਰਾਸ਼ਟਰੀ ਰਾਜਨੀਤਿਕ ਸਿਧਾਂਤ ਨੂੰ ਕਾਂਗਰਸ ਦੀ ਦੇਣ ਕਹਿ ਕੇ ਕੀ ਫਿਰ ਖੁਦ ਆਪਣੇ ਆਪ ਨੂੰ ਹੀ ਗਾਲਾਂ ਨਹੀਂ ਕੱਢ ਰਹੇ? ਵਰਤਮਾਨ ਸਮਾਂ ਪੰਥ ਲਈ ਸਭ ਤੋਂ ਵੱਧ ਖਤਰੇ ਵਾਲਾ ਤੇ ਸੰਗੀਨ ਬਣਾ ਦਿੱਤਾ ਗਿਆ ਹੈ। ਜਦ ਧਰਮ ਨੂੰ ਧਰਮ ਦੇ ਅੰਦਰੋਂ ਹੀ ਸੰਨ ਲਾਉਣੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਧਰਮ ਨੂੰ ਖਤਮ ਕਰਨ ਲਈ ਫਿਰ ਦੁਸ਼ਮਣਾਂ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਜੇ ਸਿੱਖਾਂ ਦਾ ਵਿਸ਼ਵਾਸ ਅਤੇ ਭਰੋਸਾ ਆਪਣੇ ਗੁਰੂ ਸਾਹਿਬਾਨਾਂ ਤੋਂ, ਸ਼ਬਦ ਗੁਰੂ ਤੋਂ, ਸਿੱਖ ਮਰਿਆਦਾ ਤੋਂ, ਸਿੱਖ ਅਰਦਾਸ ਤੋਂ, ਸਿੱਖ ਸਿਧਾਂਤ ਅਤੇ ਸੰਕਲਪ ਤੋਂ ਹੀ ਬੇਇਤਫਾਕੀ ਪੈਦਾ ਕਰਕੇ ਤੋੜ ਦਿੱਤਾ ਜਾਵੇ ਤਾਂ ਬਾਕੀ ਕੀ ਬਚਦਾ ਹੈ? ਇਹਨਾਂ ਪ੍ਰਤੀ ਤੁਸੀਂ ਆਪਣੀ ਪੂਰੀ ਅੰਦਰੂਨੀ ਦੁਸ਼ਮਣਾਂ ਦੀ ਫੌਜ ਨਾਲ ਇਹਨਾਂ ਪ੍ਰਤੀ ਬੇਇਤਫਾਕੀ ਅਤੇ ਬੇਭਰੋਸਗੀ ਦੇ ਸਵਾਲੀਆ ਨਿਸ਼ਾਨ ਖੜੇ ਕਰਨ ਵਾਲੇ ਸਥਾਪਿਤ ਹੋ ਚੁੱਕੇ ਹੋ। ਜਦ ਧਰਮ ਹੀ ਨਹੀਂ ਰਹੇਗਾ ਤਾਂ ਰਾਜ ਦਾ ਕੀ ਕਰਨਾ ਹੈ? ਭਾਰਤੀ ਉਪ ਮਹਾਦੀਪ ਦੀ ਵੰਡ 3 ਧਰਮ, 3 ਕੌਮਾਂ ਤੇ 3 ਹੀ ਰਾਸ਼ਟਰਾਂ ਦੇ ਸੰਕਲਪ ਵਿੱਚ ਕੀਤੀ ਗਈ ਹੈ। ਇਸੇ ਲਈ ਹੀ ਭਾਰਤ ਦਾ ਝੰਡਾ 2 ਰੰਗਾਂ ਤੋਂ 3 ਰੰਗਾਂ ਵਿੱਚ ਤਬਦੀਲ ਕੀਤਾ ਗਿਆ। ਹਿੰਦੂ ਅਤੇ ਮੁਸਲਮਾਨਾਂ ਨੇ ਆਪਣਾ ਦੇਸ਼ ਲੈ ਲਿਆ। ਸਿੱਖਾਂ ਦਾ ਸੰਘਰਸ਼ ਚੱਲਦਾ ਹੈ। ਇਸ ਨੂੰ
ਪਥ ਭ੍ਰਸ਼ਟ ਕਰਨ ਲਈ ਹੀ ਇਸ ਦੇ ਸਾਰੇ ਧਾਰਮਿਕ ਆਧਾਰਾਂ ਪ੍ਰਤੀ ਇਸ ਦੇ ਰਾਸ਼ਟਰੀਅਤਾ ਦੇ ਲੋਕਾਂ ਵਿੱਚ ਬੇਭਰੋਸਗੀ ਅਤੇ ਬੇਵਿਸ਼ਵਾਸੀ ਪੈਦਾ ਕੀਤੀ ਜਾ ਰਹੀ ਹੈ। ਜਦ ਧਰਮ ਹੀ ਨਹੀਂ ਬਚੇਗਾ ਤਾਂ ਕੌਮ ਅਤੇ ਪੰਥ ਕਿਵੇਂ ਰਹੇਗਾ ਤੇ ਰਾਸ਼ਟਰ ਦੀ ਕਲਪਨਾ ਆਪਣੇ ਆਪ ਹੀ ਖਤਮ ਹੋ ਜਾਵੇਗੀ। ਤੁਸੀਂ ਇਸੇ ਨਿਸ਼ਾਨੇ ਤੇ ਮਿੱਥ ਕੇ ਚੱਲ ਰਹੇ ਹੋ ਜੋ ਸਧਾਰਨ ਸਿੱਖ ਨੂੰ ਸਮਝ ਨਹੀਂ ਆਉਂਦਾ। ਇਸ ਲਈ ਤੁਸੀਂ ਜਜ਼ਬਾਤੀ ਅਤੇ ਵਿਵਾਦ ਪੈਦਾ ਕਰਨ ਵਾਲੇ ਮੁੱਦੇ ਹੀ ਚੁੱਕਦੇ ਹੋ। ਜਿਸ ਕਿਸੇ ਫੌਜ ਨੂੰ ਹਰਾਉਣਾ ਹੋਵੇ ਉਸ ਵਿੱਚ ਹੀ ਭਰਮ ਪੈਦਾ ਕਰ ਦਿਓ ਅਤੇ ਉਸ ਦੀ ਹਸਤੀ ਤੇ ਉਸ ਦਾ ਵਿਸ਼ਵਾਸ ਹਿਲਾ ਦਿਓ, ਤਾਂ ਉਹ ਆਪਣੇ ਆਪ ਵਿੱਚ ਸ਼ਕਤੀਸ਼ਾਲੀ ਹੁੰਦੇ ਹੋਏ ਵੀ ਉਹ ਕਮਜ਼ੋਰ ਅਤੇ ਨਿਰਜੀਵ ਹੋ ਜਾਂਦੀ ਹੈ। ਜਦ ਧਰਮ ਹੀ ਖਤਮ ਹੋ ਜਾਵੇਗਾ ਤਾਂ ਸਿੱਖਾਂ ਦਾ ਵੰਡ ਵਿਚਲਾ ਵਿਧਾਨਕ ਆਧਾਰ ਹੀ ਮੁੱਕ ਜਾਵੇਗਾ। ਤੁਸੀਂ ਇਸੇ ਕੰਮ ਨੂੰ ਸਿਰੇ ਚਾੜ ਰਹੇ ਹੋ। ਇਹੋ ਵਜ੍ਹਾ ਹੈ ਕਿ ਅੱਜ ਸਿਰ ਕੱਢ ਤੇ ਪੜ੍ਹੇ ਲਿਖੇ ਤੇ ਧਨਾੜ ਸਿੱਖ ਘਰਾਣਿਆਂ ਵਿੱਚੋਂ ਧਰਮ ਪ੍ਰਤੀ ਨਿਸ਼ਠਾ, ਧਾਰਮਿਕ ਆਚਰਣ ਪ੍ਰਤੀ ਅਵਿਸ਼ਵਾਸ, ਗੁਰਮੁਖੀ ਪੜ੍ਹਨ ਤੇ ਅਪਣਾਉਣ ਤੋਂ ਬੇਮੁਖਤਾ, ਪੰਜਾਬੀਕਰਨ ਦੀ ਲਹਿਰ, ਧਰਮ ਵਿੱਚ ਊਣਤਾਈਆਂ ਕੱਢਣ ਦੀ ਲਹਿਰ ਅਤੇ ਧਾਰਮਿਕ ਸੰਸਥਾਵਾਂ ਨੂੰ ਨਿਗਾਰ ਕੇ ਇਹਨਾਂ ਨੂੰ ਮੁਕਾਉਣ ਦੀ ਲਹਿਰ, ਸਿੱਖੀ ਦੀ ਸਪਿਰਿਟ ਤੋਂ ਜਿਸ ਬੇਮੁਖਤਾ ਦੀ ਲਹਿਰ ਪੈਦਾ ਕਰਨ ਦਾ ਤੁਸੀਂ ਇੰਜ ਬੀੜਾ ਚੁੱਕਿਆ ਹੋਇਆ ਹੈ, ਉਹ ਪੰਥ ਤੇ ਸਭ ਤੋਂ ਵੱਡਾ ਹਮਲਾ ਬਣ ਚੁੱਕਾ ਹੈ। ਸੁਧਾਰਵਾਦੀ ਲਹਿਰ ਤੇ ਸੋਚ ਹੱਲ ਪ੍ਰਦਾਨ ਕਰਦੀ ਹੈ। ਸਵਾਲ ਤੇ ਹੋਰ ਸਵਾਲ ਤੇ ਫਿਰ ਠਾ ਸਵਾਲ ਮਾਰ ਕੇ ਸਭ ਕੁਝ ਉਜਾੜਦੀ ਤੇ ਮਾਰ ਮੁਕਾਉਂਦੀ ਨਹੀਂ ਹੈ। ਤੁਸੀਂ ਸਿੱਖੀ ਅੰਦਰ ਵਿਸ਼ਵ ਜੰਗ ਵਾਲੀ ਰਾਜਸੀ ਧਾਰਮਿਕ ਵਿਦੂਸ਼ਣ ਦੀ ਢਾਊ ਸੋਚ ਨਾਲ ਸਭ ਕੁਝ ਸਾੜ ਫੂਕ ਦੇਣ ਦੀ ਨੀਤੀ ਦੀ ਅਗਵਾਈ ਸੰਭਾਲੀ ਹੋਈ ਹੈ। ਦੁਸ਼ਮਣਾਂ ਨੂੰ ਪਤਾ ਹੈ ਕਿ ਜੇ ਸਿੱਖ ਸਿੱਖੀ ਤੇ ਸਵਾਲ ਤੇ ਕਿੰਤੂ ਖੜਾ ਕਰ ਦੇਵੇ ਤਾਂ ਮਹਾਪਾਪੀ ਨਿਰੰਕੁਸ਼ੀ ਕਾਤਲ KPS ਗਿੱਲ ਵਾਂਗ ਉਸ ਨੂੰ ਹਰ ਤਰ੍ਹਾਂ ਦੀ ਕਾਨੂੰਨ ਅਤੇ ਸੰਵਿਧਾਨ ਤੋਂ ਬਾਹਰਲੀਆਂ ਸ਼ਕਤੀਆਂ ਵੀ ਪ੍ਰਦਾਨ ਕਰ ਦਿਓ, ਕਿਉਂਕਿ ਇਸ ਨਾਲ ਉਸ ਦਾ ਨਿਸ਼ਾਨਾ ਸਿੱਧਾ ਅਤੇ ਉਸ ਦੀ ਬਦਨਾਮੀ ਤੋਂ ਬਿਨਾਂ ਹੀ ਸਾਰਥਕ ਨਤੀਜੇ ਜੋ ਦੇਣ ਲੱਗ ਜਾਂਦਾ ਹੈ। ਕਦੇ ਆਪਣੀ ਟੀਮ ਨਾਲ ਇਸ ਤੇ ਗੰਭੀਰ ਵਿਚਾਰ ਕਰਨ ਦੀ ਖੁੱਲ੍ਹ ਧਰਮ ਦੀ ਤੁਹਾਡੇ ਵੱਲੋਂ ਬਾਲੇ ਜਾ ਰਹੇ ਸਿਵੇ ਤੇ ਬੈਠ ਕੇ ਕਰਨ ਦੀ ਖੇਚਲ ਕਰਿਆ ਜੇ। ਇਹ ਵੀ ਦੱਸਿਆ ਜੇ ਕਿ RSS ਮੁਖੀ ਤੁਹਾਡੇ ਘਰੇ ਕੀ ਕਰਨ ਆਏ ਸਨ। ਕਦੇ ਇਹ ਨਾ ਹੋ ਜਾਵੇ ਕਿ ਤੁਸੀਂ ਸਿਵੇ ਬਾਲਦੇ ਸਭ ਕੁਝ ਹੀ ਮੁਕਾ ਚੁੱਕੋ ਤੇ ਆਪ ਹੀ ਸਿਵੇ ਖਾਣੇ ਬਣ ਕੇ ਮਸਾਣਾ ਦੇ ਸ਼ਹਿਨਸ਼ਾਹੀ ਸਰਤਾਜ ਬਣ ਭਾਂਬੜਾਂ ਦਾ ਰਾਜ ਕਰਨ ਲੱਗ ਪਵੋ। ਸ਼੍ਰੀਮਾਨ, ਤੁਸੀਂ ਸਿੱਖ ਕੌਮ ਦੀ ਕੌਮੀਅਤਾ ਦੇ ਧਾਰਮਿਕ ਅਤੇ ਰਾਜਸੀ ਵਜੂਦ ਤੇ ਸਵਾਲੀਆ ਨਿਸ਼ਾਨ ਖੜੇ ਕਰੀ ਜਾ ਰਹੇ ਹੋ। ਇੰਜ ਸਿੱਖਾਂ ਵਿੱਚ ਭਰਮ, ਭੁਲੇਖੇ, ਅਵਿਸ਼ਵਾਸ, ਬੇਭਰੋਸਗੀ, ਬੇਇਤਫਾਕੀ, ਭਰਾਤਰੀ ਭਾਵ ਵਿੱਚ ਖਾਨਾ ਜੰਗੀ ਅਤੇ ਸੰਕਲਪੀ ਅਤੇ ਸਿਧਾਂਤਕ ਸੰਸਥਾਵਾਂ ਵਿਚਲੀ ਵਿਸ਼ਵਾਸ ਯੋਗਤਾ ਨੂੰ ਮਾਰ ਮੁਕਾਉਣ ਹਿੱਤ ਮਰਿਆਦਕ ਤੇ ਅਨੁਸ਼ਾਸਨਾਤਮਕ ਵਾਇਰਸ ਦੇ ਹਮਲੇ ਕੀਤੇ ਹਨ। ਤੁਹਾਡਾ ਨਿਸ਼ਾਨਾ ਸਿੱਖਾਂ ਦੇ ਮਾਨਸਿਕ ਤਵਾਜ਼ਨ ਨੂੰ ਲੜਖੜਾ ਦੇਣ ਤੋਂ ਬਾਅਦ ਇਸ ਦੇ ਬੌਧਿਕ ਨਿਗਾਰ ਰਾਹੀਂ ਵਿਸ਼ਵਾਸਹੀਣਤਾ ਦਾ ਅਜਿਹਾ ਸਮਾਜ ਨਿਰਮਿਤ ਕਰਨ ਦਾ ਹੈ ਜੋ ਆਪਣੇ ਆਪ ਹੀ ਤਾਸ਼ ਦੇ ਪੱਤਿਆਂ ਵਾਂਗ ਢਹਿ ਜਾਵੇ। ਸਿੱਖ ਢਹਿੰਦੀਆਂ ਕਲਾਂ ਦੀ ਅਜਿਹੀ ਨਿਗਾਰੂ ਸੋਚ ਦੇ ਮਾਨਸਿਕ ਗੁਲਾਮ ਬਣਾ ਦਿੱਤੇ ਜਾਣ ਕਿ ਉਹ ਖੁਦ ਬਖੁਦ ਆਪਣੇ ਆਪ ਵਿੱਚ ਹੀ ਕਮਤਰੀ ਦੇ ਸ਼ਿਕਾਰ ਹੋ ਕੇ ਮੁੱਕ ਜਾਣ। ਤੁਹਾਡੀ ਜਾਣਕਾਰੀ ਲਈ ਇਹ ਕੋਸ਼ਿਸ਼ਾਂ ਸ਼ੁਰੂ ਤੋਂ ਹੁੰਦੀਆਂ ਰਹੀਆਂ ਹਨ, ਪਰ ਸੁਚੇਤ ਅਤੇ ਜਾਗਰੂਕ ਸਿੱਖਾਂ ਨੇ ਕਦੇ ਵੀ ਇਹਨਾਂ ਗੰਦੀਆਂ ਤੇ ਮੰਦੀਆਂ ਸਾਜ਼ਿਸ਼ਾਂ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ, ਨਾ ਹੀ ਹੁਣ ਸਫਲ ਹੋਣ ਦਿੱਤੀਆਂ ਜਾਣਗੀਆਂ। ਖੰਡੇ ਬਾਟੇ ਦੇ ਪਾਹੁਲ ਦੀ ਇਹ ਇੱਕ ਰੱਬੀ ਅਦੁੱਤੀ ਖਾਸੀਅਤ ਹੈ। ਆਪਣੇ ਲੇਖ ਅਤੇ ਆਪਣੇ ਸੰਪਾਦਕੀ, ਆਪਣੇ ਪੈਦਾ ਕੀਤੇ ਅਨਪੜ੍ਹ ਵਿਦਵਾਨਾਂ, ਖੋਜ ਵਿਹੀਨ ਲੇਖਾਂ ਨੂੰ ਅਖਬਾਰ ਦੇ ਪਹਿਲੇ ਪੰਨੇ ਤੋਂ ਅਖੀਰ ਤੱਕ ਦੇ ਉਹਨਾਂ ਹਿੱਸਿਆਂ ਨੂੰ ਪੜ੍ਹਨ ਦੀ ਖੇਚਲ ਕਰੋ ਜਿਸ ਵਿੱਚ ਆਪ ਜੀ ਖੁਦ ਬਤੌਰ ਮਨੁੱਖ ਆਪਣੇ ਆਪ ਤੇ ਗਲਾਨੀ ਕਰਨ ਲੱਗ ਜਾਓਗੇ। ਆਪਣੇ ਅਖਬਾਰ ਦੇ ਲੋਕ ਸਭਾ ਤੇ ਵਿਧਾਨ ਸਭਾ ਦੇ ਸਮੇਂ ਕਾਲ ਵਿਚਲੇ ਸੰਪਾਦਕੀ ਤੇ ਲੇਖ ਵੀ ਮੁੜ ਪੜ੍ਹਨ ਦੀ ਖੇਚਲ ਕਰੋ ਜਿਨ੍ਹਾਂ ਵਿੱਚ ਤੁਸਾਂ ਨੇ ਕਾਂਗਰਸ ਦੀ ਹਮਾਇਤ ਵਿੱਚ ਜੀ ਜਾਨ ਇੱਕ ਕੀਤਾ ਹੈ, ਤਾਂ ਕਿ ਅਸੀਂ ਹੁਣ ਤੁਹਾਨੂੰ ਵੀ ਕਾਂਗਰਸੀ ਹੀ ਕਹੀਏ। ਜਾਂ ਫਿਰ ਜਿਵੇਂ ਤੁਸੀਂ ਆਪਣੇ ਘਰੇ ਭਾਜਪਾਈਆਂ ਅਤੇ ਸੰਗੀਆਂ ਨੂੰ ਪ੍ਰਸ਼ਾਦਾ ਛਕਾ ਕੇ ਉਹਨਾਂ ਦੇ ਸੋਹਲੇ ਗਾਏ ਹਨ ਅਤੇ ਹੁਣੇ ਜਿਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਵਿੱਚ ਅਪਮਾਨਜਨਕ ਵਰਤੇ ਗਏ ਸ਼ਬਦਾਂ ਤੋਂ ਬਾਅਦ ਜਿਵੇਂ ਤੁਸੀਂ ਹਿੰਦੂ, ਸ਼ਿਵ ਸੈਨਾ, ਸੰਘੀਆਂ, ਭਾਜਪਾਈਆਂ, ਕਾਂਗਰਸੀਆਂ ਦੀ ਹਮਾਇਤ ਲਈ ਹੈ। ਆਪਣੇ ਹੀ ਅਖਬਾਰ ਵਿੱਚ ਇਹਨਾਂ ਦਾ ਸਿੱਖੀ ਨੂੰ ਢਾਉਣ ਲਈ ਮਿਲਿਆ ਪੂਰਨ ਤੌਰ ਤੇ ਬਿਨਾਂ ਸ਼ਰਤ ਸਮਰਥਨ ਨੂੰ ਪ੍ਰਕਾਸ਼ਿਤ ਕਰ ਧੰਨ ਹੋਏ ਹੋ। ਉਸ ਮੁਤਾਬਕ ਤੁਹਾਡੇ ਹੀ ਡਾਇਰੀ ਦੇ ਪੰਨੇ ਵਿੱਚ ਤੁਹਾਡੇ ਹੀ ਸਥਾਪਿਤ ਕੀਤੇ ਸਿਧਾਂਤ ਅਨੁਸਾਰ ਖੁਦ ਹੀ ਸਾਬਤ ਨਹੀਂ ਕਰਦੇ ਕਿ ਤੁਸੀਂ ਵੀ ਹਿੰਦੂ, ਸ਼ਿਵ ਸੈਨਿਕ,
ਸੰਘ ਪਰਿਵਾਰ ਦੇ ਨਿੱਕਰਧਾਰੀ ਅਤੇ ਨਾਲੋਂ ਨਾਲ ਹੀ ਮਿਲਾਪ ਅਖਬਾਰ ਵਾਲੇ ਹੀ ਕਾਂਗਰਸੀ ਇੱਕੋ ਵੇਲੇ ਤਿੰਨ ਮੂੰਹੇ ਗੁਰਮਤ ਦੇ ਅਤੇ ਖਾਲਸੇ ਦੀ ਰਾਜਨੀਤਿਕ ਹੋਂਦ ਦੇ ਦੁਸ਼ਮਣ ਬਣ ਚੁੱਕੇ ਹੋ। ਇਸੇ ਸੰਦਰਭ ਵਿੱਚ ਏਕਸ ਕੇ ਬਾਰਕ ਦੀ ਵਿਉਂਤ ਛਾਪਣ ਅਤੇ ਇਸ ਦੇ ਨਕਸ਼ਨੁਹਾਰ ਪ੍ਰਗਟ ਕਰਨ ਤੋਂ ਬਾਅਦ ਮੈਂ ਤੁਹਾਨੂੰ ਜਵਾਬ ਭੇਜਿਆ ਸੀ, ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਜੋ ਤੁਸੀਂ ਨਿਗਲ ਗਏ ਤੇ ਛਾਪਣ ਤੋਂ ਅਤੇ ਰੋਨ ਕੀਜੈ ਉੱਤਰ ਦੀਜੈ ਵਾਲੇ ਖੁਦ ਉੱਤਰ ਦੇਣ ਤੋਂ ਹੀ ਭੱਜ ਗਏ। ਤੁਸੀਂ ਹਰ ਗੱਲ ਅੰਤਮ ਨਿਰਣਾਇਕ ਹੋ ਕੇ ਅਥਾਰਟੀ ਬਣ ਕੇ ਕਰਦੇ ਹੋ। ਲੋਕਾਂ ਵਿੱਚ ਅਖਬਾਰ ਦੇ ਫਰਜ਼ ਸੂਚਨਾ ਦੇਣ ਤੋਂ ਕਿਤੇ ਬਾਹਰ ਜਾ ਕੇ ਅਤੇ ਸਿਧਾਂਤਕ ਅਤੇ ਅਖਬਾਰੀ ਮੰਨੇ ਪ੍ਰਮੰਨੇ ਕਾਨੂੰਨ ਦੀ ਸ਼ਰੇਆਮ ਉਲੰਘਣਾ ਕਰਕੇ ਸੂਚਨਾ ਨਹੀਂ ਦੇ ਰਹੇ, ਸਗੋਂ ਆਪਣੀ ਨਿਰੰਕੁਸ਼ ਸਵੈ ਪੱਖੀ ਅਥਾਰਟੀ ਰਾਹੀਂ ਨਿਰਣੇ ਦੇ ਰਹੇ ਹੋ, ਜਿਵੇਂ ਬਚਿੱਤਰ ਨਾਟਕ ਗ੍ਰੰਥ ਨੂੰ ਦਸਮ ਗ੍ਰੰਥ ਬਣਾ ਕੇ ਵਿਵਾਦ ਕਰਨਾ, ਨਿਤਨੇਮ ਦੀਆਂ ਬਾਣੀਆਂ ਤੇ ਵਿਵਾਦ ਕਰਨਾ, ਖੰਡੇ ਬਾਟੇ ਦੀ ਪਹੁਲ ਤੇ ਵਿਵਾਦ ਕਰਨਾ, ਅਰਦਾਸ ਨੂੰ ਬਦਲ ਦੇਣਾ, ਗੁਰੂ ਨਾਨਕ ਸਾਹਿਬ ਨੂੰ ਬਾਬਾ ਨਾਨਕ ਬਣਾਉਣ ਦਾ ਵਿਵਾਦ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਵਾਦ ਕਰਨਾ, ਗੁਰਬਾਣੀ ਤੇ ਅਤੇ ਸ਼ਬਦ ਗੁਰੂ ਵਿੱਚ ਤਬਦੀਲੀ ਕੀਤੀ ਗਈ ਹੈ ਦਾ ਵਿਵਾਦ ਪੈਦਾ ਕਰਨਾ ਅਤੇ ਖਾਲਿਸਤਾਨ ਨੂੰ ਕਾਂਗਰਸ ਦੀ ਦੇਣ ਕਹਿ ਕੇ ਨਿਰਣਾ ਦੇਣਾ ਇਸ ਦੇ ਪ੍ਰਤੱਖ ਪ੍ਰਮਾਣ ਹਨ। ਮੈਨੂੰ ਦੱਸਣ ਦੀ ਕਿਰਪਾ ਕਰੋਗੇ ਕਿ ਫਿਰ ਨਿਰੰਕਾਰੀਆਂ, ਰਾਧਾ ਸੁਆਮੀਆਂ, ਬਲਾਤਕਾਰੀ, ਕਾਤਲ, ਸੌਦਾ ਸਾਧ, ਨਾਨਕ ਸਰੀਆਂ ਤੇ ਤੁਹਾਡੇ ਵਿੱਚ ਬਾਕੀ ਕੀ ਫਰਕ ਰਹਿ ਗਿਆ ਹੈ। ਮੈਂ ਤੁਹਾਡੇ ਉਹਨਾਂ ਚਿੰਤਕਾਂ ਨੂੰ ਇੱਕ ਹੋਮਵਰਕ ਦਿੰਦਾ ਹਾਂ ਕਿ ਉਹ ਇਸ ਨਿਮਿਤ ਇੱਕ ਗ੍ਰਾਫ ਬਣਾਉਣ ਦੀ ਖੇਚਲ ਕਰਕੇ ਵੇਖਣ ਤਾਂ ਪਾਉਣਗੇ ਕਿ ਤੁਸੀਂ ਇਹਨਾਂ ਤੋਂ ਕਿਤੇ ਵੀ ਘੱਟ ਨਹੀਂ, ਸਗੋਂ ਕੁਝ ਮੁੱਦਿਆਂ ਤੇ ਵੱਧ ਹੀ ਹੋ। ਸਿੱਖ ਸਮਾਜ ਵਿੱਚ ਆ ਚੁੱਕੀ ਘੋਰ ਨਿਰਾਸ਼ਤਾ ਅਤੇ ਬੇਇਤਫਾਕੀ ਦਾ ਲਾਭ ਉਠਾ ਕੇ ਸਿੱਖੀ ਦੇ ਜਜ਼ਬਾਤੀ ਧਰਮੀ ਮੁੱਦੇ ਵਿਵਾਦ ਬਣਾ ਕੇ ਪਹਿਲਾਂ ਇਹਨਾਂ ਖੌਤੀ ਸੁਧਾਰਵਾਦੀ ਲਹਿਰਾਂ ਨਾਮਧਾਰੀਆਂ, ਨਿਰੰਕਾਰੀਆਂ, ਰਾਧਾ ਸੁਆਮੀਆਂ, ਨਾਨਕ ਸਰੀਆਂ ਨੇ ਆਰੰਭ ਕੀਤਾ ਸੀ ਤੇ ਹੁਣ ਤੁਸੀਂ ਏਕਸ ਕੇ ਬਾਰਕ ਤੇ ਤਤ ਗੁਰਮਤ ਦੇ ਅਲੰਬਰਦਾਰਾਂ ਨੇ ਪਸੋਵੀਆਂ ਦੀ ਰਾਹ ਤੇ ਉਸ ਨੂੰ ਹੋਰ ਅੱਗੇ ਤੋਰ ਲਿਆ ਹੈ। ਇੰਜ ਤੁਸੀਂ ਅਤੇ ਤੁਹਾਡੇ ਅਖੌਤੀ ਬੁੱਧੀਜੀਵੀ ਆਪਣੀ ਸਥਾਪਿਕਤਾ ਲਈ ਗਲਤ ਵਰਤੋਂ ਕਰ ਆਪਣੇ ਹੰਕਾਰੀ ਨਿਸ਼ਾਨੇ ਫੁੰਡ ਰਹੇ ਹੋ। ਇਹ ਘੋਰ ਅਪਰਾਧ ਅਤੇ ਸ਼ਰੇਆਮ ਆਚਰਣਹੀਣਤਾ ਦੀ ਸਿਖਰ ਹੈ। ਤੁਸੀਂ ਇੰਜ ਧਰਮ ਦੇ ਸੰਕਲਪ ਅਤੇ ਸਿਧਾਂਤ ਨਾਲ ਖਿਲਵਾੜ ਕਰਕੇ ਸਿੱਖ ਵਿਸ਼ਵਾਸ ਦਾ ਕਤਲ ਕਰ ਰਹੇ ਹੋ, ਜਿਸ ਵਿੱਚ ਕਾਮਯਾਬੀ ਕਦੇ ਤੁਹਾਨੂੰ ਮਿਲਣੀ ਨਹੀਂ। ਨਿਰੰਕੁਸ਼ ਕਾਤਲ ਹਮੇਸ਼ਾ ਨਿਰਣੈ ਖੁਦ ਕਰਦਾ ਹੈ। ਉਹ ਕਿਸੇ ਕੋਰਟ ਕਚਹਿਰੀ ਮਰਿਆਦਾ ਜਾਂ ਸਿਧਾਂਤ ਨੂੰ ਨਾ ਮੰਨਦਾ ਹੈ ਤੇ ਨਾ ਹੀ ਸਵੀਕਾਰਦਾ ਹੈ। ਇਹੋ ਗੱਲ ਤੁਹਾਡਾ 22 ਮਾਰਚ 2010 ਦਾ ਸੰਪਾਦਕੀ ਨੋਟ ਜੋ ਮੇਰੇ ਪਾਏ ਖੱਤ 7 ਅਕਤੂਬਰ 2009 ਦੇ ਜਵਾਬ ਵਿੱਚ 6 ਮਹੀਨੇ ਬਾਅਦ ਆਇਆ ਹੈ, ਤੁਹਾਡੇ ਹੀ ਇਹਨਾਂ ਲਫ਼ਜ਼ਾਂ ਵਿੱਚ ਸਥਾਪਿਤ ਕਰਦਾ ਹੈ। ਅਸੀਂ ਨਾ ਤਾਂ ਬਹਿਸ ਕਰਦੇ ਹਾਂ, ਨਾ ਬਹਿਸ ਦਾ ਸੱਦਾ ਹੀ ਦਿੱਤਾ ਹੈ, ਕਿਉਂਕਿ ਅਸੀਂ ਤਾਂ ਆਪਣੇ ਵਿਚਾਰ ਦੇ ਹੀ ਚੁੱਕੇ ਹਾਂ। ਮੈਦਾਨੋਂ ਭੱਜਣ ਦੀ ਤੁਹਾਡੀ ਆਦਤ ਹੀ ਬਣ ਚੁੱਕੀ ਹੈ। ਤੁਸੀਂ ਕਹਾਵਤ ਕਿੰਨੀ ਸਾਰਥਕ ਬਣਾ ਦਿੱਤੀ ਹੈ, ਅੱਗ ਲਾ ਕੇ ਡੱਬੂ ਕੁੱਤਾ ਝਾੜੀਆਂ ਵਿੱਚ। ਤੁਸੀਂ ਆਪਣੀ 13 ਸਤੰਬਰ 2009 ਦੀ ਡਾਇਰੀ ਦੇ ਪੰਨੇ ਵਿੱਚ ਲਿਖਿਆ ਹੈ ਕਿ ਹੁਣ ਤਾਂ ਬਰਤਾਨੀਆ ਸਰਕਾਰ ਨੇ ਦੇਸ਼ ਵੰਡ ਨਾਲ ਸੰਬੰਧਿਤ 1947 ਤੱਕ ਦੇ ਸਾਰੇ ਗੁਪਤ ਕਾਗਜ਼ ਵੀ ਜਨਤਕ ਕਰ ਦਿੱਤੇ ਹਨ ਤੇ ਕੁਝ ਵੀ ਗੁਪਤ ਨਹੀਂ ਰਹਿਣ ਦਿੱਤਾ। ਇਹ ਕਾਗਜ਼ ਹੀ ਅੰਗਰੇਜ਼ ਤਾਂ ਖਾਲਿਸਤਾਨ ਦਿੰਦੇ ਸਨ ਦੇ ਝੂਠ ਨੂੰ ਸਦਾ ਲਈ ਦਫਨ ਕਰਨ ਲਈ ਕਾਫੀ ਹਨ, ਪਰ ਕੁਝ ਲੋਕ ਅਜੇ ਵੀ ਇਸ ਝੂਠ ਨੂੰ ਦੁਹਰਾਈ ਜਾ ਰਹੇ ਹਨ। ਹੁਣ ਦਿੱਤੇ ਜਵਾਬ ਵਿੱਚ ਆਪਣੇ ਹੀ ਇਹਨਾਂ ਅੱਖਰਾਂ ਨੂੰ ਅਸੀਂ ਨਾ ਤਾਂ ਬਹਿਸ ਕਰਦੇ ਹਾਂ, ਨਾ ਬਹਿਸ ਦਾ ਸੱਦਾ ਹੀ ਦਿੱਤਾ ਹੈ। ਜਰਾ ਆਪਣੇ ਹੀ ਮੂੰਹ ਤੇ 13 ਦਸੰਬਰ 2009 ਦੇ ਲਿਖੇ ਅਨੁਸਾਰ ਬੋਚੋ। ਮੈਂ ਤਾਂ ਇੱਥੋਂ ਤੱਕ ਪੇਸ਼ਕਸ਼ ਕਰਦਾ ਹਾਂ ਕਿ ਜੇ ਕੋਈ ਅੱਜ ਵੀ ਤੱਥਾਂ ਦੇ ਆਧਾਰ ਤੇ ਇਹ ਗੱਲ ਸਹੀ ਸਾਬਤ ਕਰ ਦੇਵੇ ਤੇ ਇਸ ਵੇਲੇ ਮੌਜੂਦ 4 ਵੱਡੇ ਸਿੱਖ ਇਤਿਹਾਸਕਾਰਾਂ ਕੋਲੋਂ ਅਖਵਾ ਦੇਵੇ ਕਿ ਉਸ ਵੱਲੋਂ ਪੇਸ਼ ਕੀਤੇ ਗਏ ਤੱਥਾਂ ਅਨੁਸਾਰ ਇਹ ਸੱਚ ਹੈ ਕਿ ਅੰਗਰੇਜ਼ ਸਿੱਖਾਂ ਨੂੰ ਖਾਲਿਸਤਾਨ ਦਿੰਦਾ ਸੀ, ਤਾਂ ਮੇਰੇ ਕੋਲੋਂ 10 ਲੱਖ ਰੁਪਏ ਇਨਾਮ ਲੈ ਜਾਵੇ। ਉਸ ਮਗਰੋਂ ਮੈਂ ਵੀ ਉਸ ਦੀ ਹਮਾਇਤ ਵਿੱਚ ਲਿਖਣ ਦਾ ਦਾਅਵਾ ਕਰਦਾ ਹਾਂ। ਇਹ ਕੌਮ ਨੂੰ ਵੰਗਾਰ ਪਾਉਣਾ ਨਹੀਂ ਤਾਂ ਹੋਰ ਕੀ ਹੈ। ਤੁਸੀਂ ਇੰਜ ਬਹਿਸ ਲਈ ਪ੍ਰਸਤਾਵ ਵੀ ਰੱਖਿਆ ਹੈ ਤੇ ਚੁਣੌਤੀ ਵੀ ਦਿੱਤੀ ਹੈ, ਜਿਸ ਨੂੰ ਮੈਂ ਸਵੀਕਾਰ ਕੀਤਾ ਹੈ। ਫਿਰ ਹੁਣ ਆਪ ਹੀ ਕਿਉਂ ਭੱਜਦੇ ਹੋ? ਇਹ ਮਰਦਾਂ ਵਾਲੀ ਕਰਨੀ ਨਹੀਂ ਹੈ। ਆਪਣੀ ਇਸ ਗੱਲ ਤੋਂ ਮੁੱਕਰ ਕੇ ਇਸ ਨੂੰ
ਥੁੱਕੇ ਵਾਂਗ ਚੱਟ ਕੇ ਹੁਣ ਤੁਸੀਂ ਆਪਣੇ ਨੋਟ ਵਿੱਚ ਆਪਣੇ ਹੰਕਾਰ ਨੂੰ ਆਪੇ ਹੀ ਪੱਠੇ ਪਾਉਣ ਲਈ ਇੰਜ ਬਦਲ ਕੇ ਲਿਖਦੇ ਹੋ। ਮੇਰੀ ਨਿੱਜੀ ਡਾਇਰੀ ਦੇ ਪੰਨੇ ਵਿੱਚ ਇਸ ਵਿਰੁੱਧ ਦਲੀਲਾਂ ਦੇ ਕੇ ਲਿਖਿਆ ਗਿਆ ਅਤੇ ਪੇਸ਼ਕਸ਼ ਕੀਤੀ ਗਈ ਕਿ ਜੇ ਕੋਈ ਦੂਜੇ ਵਿਚਾਰ ਨੂੰ ਠੀਕ ਸਾਬਤ ਕਰ ਸਕੇ ਸਰਦਾਰ ਕਪੂਰ ਸਿੰਘ ਦੇ ਵਿਚਾਰ ਨੂੰ, ਹੁਣ ਇਹ ਤੁਸੀਂ ਜ਼ਬਰਦਸਤੀ ਆਪਣੇ ਦਿੱਤੇ ਨਿਰਣੇ ਵਿੱਚ ਉਸ ਤੋਂ ਭੱਜਣ ਲਈ ਘਸੀਟ ਲਿਆ ਹੈ। ਤੇ ਉਹ 3 ਨਿਰਪੱਖ ਇਤਿਹਾਸਕਾਰਾਂ ਜਿਨ੍ਹਾਂ ਨੇ ਦੇਸ਼ ਵੰਡ ਬਾਰੇ ਇਤਿਹਾਸਕ ਪੁਸਤਕਾਂ ਲਿਖੀਆਂ ਹੋਣ ਕੋਲੋਂ ਸਰਟੀਫਿਕੇਟ ਲੈ ਲਵੇ। ਪਹਿਲਾਂ ਕਹਿੰਦੇ ਹੋ ਤੱਥਾਂ ਦੇ ਆਧਾਰ ਤੇ ਸਾਬਤ ਕਰ ਦੇਵੇ ਕਿ ਉਸ ਦੀ ਖੋਜ ਇਤਿਹਾਸ ਦੀ ਕਸੌਟੀ ਤੇ ਖਰੀ ਉਤਰਦੀ ਹੈ ਤਾਂ ਅਸੀਂ ਉਸ ਨੂੰ 10 ਲੱਖ ਰੁਪਏ ਦੇ ਦੇਵਾਂਗੇ। ਕਿਸ ਖੂਬਸੂਰਤੀ ਨਾਲ ਹਿਟਲਰ ਤੋਂ ਵੀ ਵੱਡਾ ਹੰਕਾਰੀ ਆਪਣੇ ਹੀ ਥੁੱਕੇ ਨੂੰ ਚੱਟਦਾ ਹੈ। ਇਹ ਇਸ ਦਾ ਲਿਖਤ ਪ੍ਰਮਾਣ ਹੈ। ਸਰਦਾਰ ਕਪੂਰ ਸਿੰਘ ਦੀ ਲਿਖਤ ਨੂੰ ਹੁਣ ਬ੍ਰੈਕਟ ਵਿੱਚ ਬਦੋ-ਬਦੀ ਖਿੱਚ ਲਿਆ ਹੈ। ਪਹਿਲਾਂ ਵੱਡੇ ਸਿੱਖ ਇਤਿਹਾਸਕਾਰਾਂ ਦੀ ਗੱਲ ਕੀਤੀ ਹੈ ਤੇ 6 ਮਹੀਨਿਆਂ ਵਿੱਚ ਹੀ ਆਪਣੀ ਡਾਇਰੀ ਦਾ ਝੂਠ ਭੁੱਲ ਕੇ 3 ਨਿਰਪੱਖ ਜਿਨ੍ਹਾਂ ਨੇ ਦੇਸ਼ ਵੰਡ ਬਾਰੇ ਇਤਿਹਾਸਕ ਪੁਸਤਕਾਂ ਲਿਖੀਆਂ ਹੋਣ ਦੀ ਗੱਲ ਤੇ ਡਿੱਗ ਪਏ ਹੋ। ਇਹ ਤੁਹਾਡੇ ਕਿਰਦਾਰ ਦਾ ਉਹ ਪ੍ਰਤੀਬਿੰਬ ਹੈ ਜੋ ਤੁਸੀਂ ਖੁਦ ਆਪ ਹੀ ਪੇਸ਼ ਕਰਦੇ ਹੋ। ਇਸ ਕਲਮੀ ਵਿਭਚਾਰਤਾ ਲਈ ਮੈਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਹੈ, ਪਰ ਮੈਂ ਆਪਣੇ ਇਸ ਖੱਤ ਰੂਪੀ ਜਵਾਬ ਰਾਹੀਂ ਤੁਹਾਡੇ ਇਸ ਵਿਭਚਾਰਨੀ ਅਮਲ ਨੂੰ ਤੁਹਾਡੇ ਹੀ ਮਿੱਥੇ ਸਰਟੀਫਿਕੇਟਾਂ ਰਾਹੀਂ ਸਾਬਤ ਕਰਾਂਗਾ। ਪਰ ਤੁਸੀਂ ਗੱਲ ਇਤਨੀ ਸਰਲ ਨਹੀਂ ਸੀ ਆਖੀ, ਸਗੋਂ ਪੂਰੀ ਮੱਕਾਰੀ ਨਾਲ ਆਪਣੀ ਗਲਤ ਗੱਲ ਨੂੰ ਵੀ ਸਹੀ ਪ੍ਰਮਾਣਿਤ ਕਰਨ ਲਈ ਨਿਰਣਾਇਕ ਤੌਰ ਤੇ ਅਥਾਰਟੀ ਦੇ ਕੇ 13 ਸਤੰਬਰ 2009 ਨੂੰ ਆਪਣੀ ਨਿੱਜੀ ਡਾਇਰੀ ਦੇ ਪੰਨੇ ਵਿੱਚ ਲਿਖਿਆ ਸੀ ਕਿ ਸਿੱਖ ਲੀਡਰਾਂ ਬਾਰੇ ਪਹਿਲੀ ਵਾਰ ਇਹ ਨਾਰਾ ਆਜ਼ਾਦ ਭਾਰਤ ਦੀਆਂ ਪਹਿਲੀਆਂ ਗੁਰਦੁਆਰਾ ਚੋਣਾਂ ਵਿੱਚ ਸੁਣਾਈ ਦਿੱਤਾ। ਸਾਰੇ ਕਾਂਗਰਸੀ ਸਿੱਖਾਂ ਨੇ ਰਲ ਕੇ ਇੱਕ ਸਾਧ ਸੰਗਤ ਬੋਰਡ ਬਣਾਇਆ ਤੇ ਗੁਰਦੁਆਰਾ ਚੋਣਾਂ ਵਿੱਚ ਅਕਾਲੀਆਂ ਨੂੰ ਹਰਾਉਣ ਵਾਸਤੇ ਵੱਡੇ-ਵੱਡੇ ਕਾਰਟੂਨ ਤੇ ਪੋਸਟਰ ਛਪਵਾਏ। ਠੀਕ ਉਵੇਂ ਹੀ ਨਹੀਂ ਜਿਵੇਂ ਹੁਣ ਤੁਹਾਡੀ ਅਖਬਾਰ ਤੇ ਤੁਹਾਡੇ ਚਾਟੜਿਆਂ ਨੇ ਆਪੂ ਬਣੀਆਂ ਅਖੌਤੀ ਪੰਥਕ ਧਿਰਾਂ ਨੂੰ ਇੱਕ ਕਰਕੇ 2007 ਦੀਆਂ ਵਿਧਾਨ ਸਭਾ ਅਤੇ ਉਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਖੁਦ ਝੋਲੇ ਚੁਕਵਾਏ। ਤੁਸੀਂ ਆਪਣੀ ਅਖਬਾਰ ਦਾ ਹਰ ਪੰਨਾ ਇਸ ਨੂੰ ਹਿਮਾਇਤ ਕਰਨ ਹਿੱਤ ਰੰਗੀ ਰੱਖਿਆ ਨਹੀਂ। ਕੀ ਤੁਸੀਂ ਹੁਣ ਸਿਰਫ 2 ਨਿਰਪੱਖ ਪੱਤਰਕਾਰਾਂ ਤੋਂ ਆਪਣੀ ਇਸ ਕਰਨੀ ਨੂੰ ਸਿੱਖ ਹਿਤੈਸ਼ੀ ਅਤੇ ਪੰਥਕ ਸਾਬਤ ਕਰਨ ਦਾ ਚੈਲੰਜ ਕਬੂਲਦੇ ਹੋ? ਸ਼੍ਰੀਮਾਨ, ਜਿਉਂਦੇ ਬੰਦਿਆਂ ਨੂੰ ਕਠਪੁਤਲੀ ਬਣਾ ਨਚਾਉਣ ਵਾਲੇ ਲੀਡਰ ਨਹੀਂ, ਨਿਰੰਕੁਸ਼ ਤਾਨਾਸ਼ਾਹ ਨਪੁੰਸਕ ਹੁੰਦੇ ਹਨ। ਪੈਸੇ ਲੈ ਕੇ ਖਬਰਾਂ ਛਾਪਣ ਦੀ ਜਗੀਰਦਾਰੀ ਤੋਂ ਬਾਅਦ ਇਹ ਜਿਹੜੀ ਤੁਸੀਂ ਹੁਣ ਅਖਬਾਰੀ ਧੌਂਸ ਨਾਲ ਏਕਸ ਕੇ ਬਾਰਕ ਰਾਹੀਂ ਸਿਆਸਤ ਕਰਨ ਦੀ ਨਵੀਂ ਚੌਧਰ ਸ਼ੁਰੂ ਕੀਤੀ ਹੈ, ਇਹ ਮਰਦਾਂ ਵਾਲੀ ਗੱਲ ਨਹੀਂ ਹੈ। ਮੀਡੀਆ ਅਤੇ ਪ੍ਰੈਸ ਦੀ ਆਜ਼ਾਦੀ ਦਾ ਮਤਲਬ ਇਹ ਕਤਈ ਨਹੀਂ ਹੈ ਕਿ ਉਹ ਇੰਜ ਆਪਣੀ ਤਾਕਤ ਦੀ ਨਿਰੰਕੁਸ਼ ਵਰਤੋਂ ਬਲੈਕਮੇਲਿੰਗ ਵਾਸਤੇ ਕਰੇ, ਜਿਵੇਂ ਦਾ ਤੁਸੀਂ ਭ੍ਰਿਸ਼ਟ ਆਚਰਣ ਕਾਇਮ ਕੀਤਾ ਹੈ। ਪ੍ਰੈਸ ਦੀ ਸੁਤੰਤਰਤਾ ਤੇ ਨਿਰਪੱਖਤਾ ਦੀ ਗੱਲ ਕਰਨੀ ਤੇ ਇਸ ਦਾ ਹੱਕ ਮੰਗਣ ਦਾ ਅਧਿਕਾਰ ਤੁਸੀਂ ਗਵਾ ਚੁੱਕੇ ਹੋ। ਤੁਸੀਂ ਤਾਂ ਮੇਰੇ ਅਤੇ ਮੇਰੀ ਪਾਰਟੀ ਦੇ ਪੰਜਾਬ ਦੇ ਪੰਥ ਦੇ ਹਿੱਤ ਵਿੱਚ ਦਿੱਤੇ ਬਿਆਨਾਂ ਨੂੰ ਵੀ 7 ਅਕਤੂਬਰ 2009 ਦੇ ਮੇਰੇ ਪੱਤਰ ਤੋਂ ਬਾਅਦ ਆਪਣੇ ਸਾਰੇ ਸਟਾਫ ਨੂੰ ਕਹਿ ਕੇ ਰੋਕਣ ਦਾ ਆਦੇਸ਼ ਉਂਝ ਹੀ ਦਿੱਤਾ ਹੈ ਜਿਵੇਂ ਸਾਡੇ ਲੋਕ ਹਿਤਕਾਰੀ ਕੰਮਾਂ ਤੇ ਸਪੋਕਸਮੈਨ ਨੇ ਐਮਰਜੈਂਸੀ ਲਾ ਕੇ ਸੈਂਸਰ ਕਰਵਾਉਣਾ ਆਰੰਭਿਆ ਹੋਇਆ ਹੈ। ਸਾਡੇ ਸਾਰੇ ਬਿਆਨ ਰੋਕੇ ਹੋਏ ਹਨ। ਬਦਲਾਅ ਲਿਆਉਣ ਲਈ ਵਿਵਾਦ ਅਤੇ ਝੂਠ ਫਰੇਬ ਖੜੇ ਕਰਨ ਦੀ ਬਜਾਏ ਆਪਣੇ ਦਾਅਵੇ ਨੂੰ ਸਹੀ ਸਾਬਤ ਕਰਨ ਹਿੱਤ ਖੁਦ ਆਪ ਅਤੇ ਆਪਣੀ ਧਰਮ ਪਤਨੀ ਨੂੰ ਪੰਥ ਦੀ ਸੇਵਾ ਲਈ ਆਉਂਦੀਆਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਖੁਦ ਸਰਦਾਰ ਅਵਤਾਰ ਸਿੰਘ ਮੱਕੜ ਦੇ ਅਤੇ ਸਰਦਾਰਨੀ ਨੂੰ ਬੀਬੀ ਜਗੀਰ ਕੌਰ ਦੇ ਮੁਕਾਬਲੇ ਤੇ ਖੜਨ ਦਾ ਐਲਾਨ ਹੀ ਕਰਨ ਦੀ ਜੁਰਤ ਦਿਖਾਓ। ਅਗਰ ਆਪਣੇ ਆਪ ਤੇ ਅਤੇ ਆਪਣੀ ਸੋਚ ਤੇ ਇਤਨਾ ਹੀ ਗੁਮਾਨ ਹੈ ਤਾਂ ਆਓ ਮੈਦਾਨ ਵਿੱਚ। ਏਕਸ ਕੇ ਬਾਰਕ ਰਾਹੀਂ ਜੋ ਚਿਰਾਗ ਲੈ ਕੇ ਉਮੀਦਵਾਰ ਲੱਭਦੇ ਫਿਰਦੇ ਹੋ ਤੇ ਦੀਵੇ ਥੱਲੇ ਬੜਾ ਹਨੇਰਾ ਛਾਇਆ ਹੈ, ਇਸ ਨੂੰ ਦੂਰ ਕਰੋ। ਤੁਹਾਡੇ ਤੋਂ ਵਧੀਆ ਅਤੇ ਪਾਕ ਸਾਫ਼ ਸਿੱਖ ਕੋਈ ਹੋਰ ਏਕਸ ਕੇ ਬਾਰਕ ਅਤੇ ਤੁਹਾਡੇ ਸਮਰਥਨ ਵਿੱਚ ਭੌਂਪੂ ਵਜਾਉਣ ਵਾਲਿਆਂ ਨੂੰ ਮਿਲਣਾ ਹੈ। ਇਹ ਤਾਨਾਸ਼ਾਹਾਂ ਦੀ ਆਚਰਣਕ ਮਜਬੂਰੀ ਹੁੰਦੀ ਹੈ ਕਿ ਉਹ ਹਿਟਲਰ ਵਾਂਗ ਹੀ ਆਪ ਘੁਰਨਿਆਂ ਵਿੱਚ ਵੜ ਕੇ ਆਪਣੀਆਂ ਭਾੜੇ ਦੀਆਂ ਫੌਜਾਂ ਨੂੰ ਲੜਾਉਂਦੇ ਰਹਿੰਦੇ ਹਨ। ਜਦ ਉਹਨਾਂ ਦਾ ਘੁਰਨਾ ਘਿਰ ਜਾਏ ਤਾਂ ਖੁਦ ਆਤਮ ਹੱਤਿਆ ਕਰ ਜਾਂਦੇ ਹਨ। ਤੁਸੀਂ ਸਿੱਖ ਰਾਸ਼ਟਰੀਅਤਾ ਦੀ ਬਣ ਚੁੱਕੀ ਪਹਿਚਾਣ ਖਾਲਿਸਤਾਨ ਨੂੰ ਹੋਰ ਬਦਨਾਮ ਕਰਨ ਲਈ ਆਪਣੀ ਇਸੇ ਨਿੱਜੀ ਡਾਇਰੀ ਵਿੱਚ 13 ਸਤੰਬਰ 2009 ਨੂੰ ਲਿਖਦੇ ਹੋ ਕਿ ਨਾ ਕਿਸੇ ਸਿੱਖ ਲੀਡਰ ਨੇ ਨਾ ਹੀ ਆਮ ਸਿੱਖ ਜਨਤਾ ਨੇ ਹੀ ਦੇਸ਼ ਤੋਂ ਅਲੱਗ ਹੋ ਕੇ ਵੱਖਰਾ ਖਾਲਿਸਤਾਨ ਲੈਣ ਦੀ ਸੋਚੀ ਸੀ।
ਜਦੋਂ ਕਦੇ ਵੀ ਕਿਸੇ ਲੀਡਰ ਨੇ ਖਾਲਿਸਤਾਨ ਦੀ ਗੱਲ ਮੂੰਹੋਂ ਕੱਢੀ, ਉਸਨੇ ਕਾਂਗਰਸ ਦੇ ਇਸ਼ਾਰੇ ਤੇ ਕੱਢੀ। ਮੇਰਾ ਸਵਾਲ ਹੈ ਕਿ ਫਿਰ ਤੁਹਾਡੇ ਹਿਮਾਇਤੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਹਿਲਾਂ ਲਗਾਤਾਰ 5 ਸਾਲ ਮੇਰੇ ਅਤੇ ਦਲ ਦੇ ਇਸ ਸਿਧਾਂਤ ਅਤੇ ਰਾਜਨੀਤਿਕ ਪਹੁੰਚ ਦਾ ਰੱਜ ਕੇ ਮੌਜੂ ਉਡਾਇਆ ਤੇ ਵਿਰੋਧ ਕੀਤਾ ਕਿ ਲੋਕਤੰਤਰੀ ਢੰਗ ਨਾਲ ਵੀ ਕਦੇ ਖਾਲਿਸਤਾਨ ਮਿਲ ਸਕਦਾ ਹੈ। ਵਿਸ਼ਵ ਭਰ ਵਿੱਚ ਆਪਣੇ ਚਮਚਿਆਂ ਤੋਂ ਰੱਜ ਕੇ ਵਿਰੋਧ ਕਰਵਾਇਆ ਤੇ ਕੌਮ ਨੂੰ ਦੁਬਿਧਾ ਵਿੱਚ ਪਾਇਆ। ਹੁਣ ਮੇਰੇ ਅਤੇ ਮੇਰੇ ਦਲ ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ ਦੇ ਖਾਲਿਸਤਾਨ ਦੇ ਸਿਧਾਂਤ ਨੂੰ ਹੂਬਹੂ ਚੋਰੀ ਕਰਕੇ ਅਪਣਾ ਲਿਆ ਹੈ ਤੇ ਝੂਠ ਬੋਲਣ ਲੱਗ ਪਿਆ ਹੈ ਕਿ ਉਸਦੇ ਵਕੀਲ ਲਖਣਪਾਲ ਨੇ ਇਹ ਅਧਿਕਾਰ ਲੈ ਕੇ ਦਿੱਤਾ ਹੈ। ਵੇਸ਼ਵਾਵਾਂ ਅਤੇ ਦੱਲਿਆਂ ਤੋਂ ਵੀ ਹੇਠਲੇ ਪੱਧਰ ਤੇ ਆਚਰਣਹੀਣ ਹੋ ਕੇ ਬੇਸ਼ਰਮੀ ਤੇ ਬੇਹਯਾਈ ਦਿਖਾਉਣ ਦਾ ਜਿਵੇਂ ਇਹਨਾਂ ਲੋਕਾਂ ਨੇ ਠੇਕਾ ਹੀ ਲੈ ਲਿਆ ਹੈ। ਹੁਣ ਕਹਿੰਦਾ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਖਾਲਿਸਤਾਨ ਦੇ ਏਜੰਡੇ ਤੇ ਲੜੇਗਾ। ਕੌਮ ਨੂੰ ਬੇਵਕੂਫ ਬਣਾਉਣ ਲਈ ਤੇ ਸਰਕਾਰ ਦੀ ਸਹਾਇਤਾ ਕਰਕੇ ਖਾਲਿਸਤਾਨ ਦਾ ਰਾਹ ਬੰਦ ਕਰਵਾਉਣ ਲਈ ਇਹ ਇੱਕ ਹੋਰ ਵਡੇਰੀ ਸਾਜ਼ਿਸ਼ ਹੈ। ਸਿੱਖੋ, ਸਮਝੋ ਇਹਨਾਂ ਦੀਆਂ ਗੁਪਤ ਇਰਾਦਿਆਂ ਵਾਲੀਆਂ ਇਹਨਾਂ ਸਾਜ਼ਿਸ਼ਾਂ ਨੂੰ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਿਸੇ ਵੀ ਰਾਜਨੀਤਿਕ ਮੁੱਦੇ ਤੇ ਨਹੀਂ ਲੜੀਆਂ ਜਾ ਸਕਦੀਆਂ। ਫਰਵਰੀ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੈਂ ਇਹਨਾਂ ਦੇ ਤਰਲੇ ਮਾਰਦਾ ਰਿਹਾ ਕਿ ਖਾਲਿਸਤਾਨ ਤੇ ਇਕਮੁੱਠ ਹੋ ਕੇ ਚੋਣ ਲੜੋ, ਤਾਂ ਉਸ ਵਕਤ ਮੇਰਾ ਰੱਜ ਕੇ ਵਿਰੋਧ ਕੀਤਾ ਤੇ ਕਾਂਗਰਸ ਦਾ ਸਿੱਧਾ ਸਾਥ ਦਿੱਤਾ। ਤੇ ਹੁਣ ਫਿਰ ਮਾਨ ਦਾ ਸਰਕਾਰ ਦਾ ਹੀ ਸਿੱਧਾ ਸਾਥ ਦੇਣ ਲਈ ਹੀ ਸਟੰਟਬਾਜ਼ੀ ਹੈ ਕਿ ਗੁਰਦੁਆਰਾ ਚੋਣਾਂ ਖਾਲਿਸਤਾਨ ਦੇ ਸਿਆਸੀ ਮੁੱਦੇ ਤੇ ਲੜੇਗਾ। ਸਪਸ਼ਟ ਹੈ ਕਿ ਇਹ ਮੈਦਾਨੋਂ ਭੱਜ ਚੁੱਕਾ ਹਾਰਿਆ ਹੋਇਆ ਉਹ ਜਰਨੈਲ ਤੇ ਸਿਪਾਹੀ ਹੈ ਜੋ ਹੁਣ ਹੀਣਤਾ ਵਿੱਚ ਸਭ ਕੁਝ ਤਬਾਹ ਕਰਨ ਤੇ ਉਤਾਰੂ ਹੈ। ਇਸ ਨੂੰ ਪਤਾ ਹੈ ਕਿ ਇਸ ਮੁੱਦੇ ਤੇ ਚੋਣ ਗੁਰਦੁਆਰਾ ਚੋਣ ਕਮਿਸ਼ਨ ਨੇ ਲੜਨ ਨਹੀਂ ਦੇਣੀ ਤੇ ਇਹ ਝੂਠ ਮੂਠ ਦਾ ਸ਼ਹੀਦ ਬਣ ਕੇ ਕੌਮ ਨੂੰ ਵੇਚ ਖਾਏਗਾ। ਕੌਮ ਜਜ਼ਬਾਤੀ ਇਸ ਦੇ ਸਟੰਟ ਵਿੱਚ ਮੀਡੀਏ ਰਾਹੀਂ ਫੇਰ ਫਸਾ ਦਿੱਤੀ ਜਾਵੇਗੀ। ਇਸੇ ਨਿਸ਼ਾਨੇ ਦੀ ਪੂਰਤੀ ਲਈ ਤੁਸੀਂ ਆਪਣੀ ਅਖਬਾਰ ਰਾਹੀਂ ਇਸ ਦੇ ਹਮਾਇਤੀ ਬਣੇ ਹੋ, ਨਹੀਂ? ਜਿਵੇਂ ਸਰਦਾਰ ਸਰਨਾ ਤੇ ਉਸਦੇ ਵਕੀਲ ਸ਼੍ਰੀ ਤੁਲਸੀ, ਸਰਦਾਰ ਬੰਡੂਗਰ ਤੇ ਉਸਦੇ ਅਤੇ ਸ਼੍ਰੋਮਣੀ ਕਮੇਟੀ ਦੇ ਵਕੀਲ ਨਾ ਹੁੰਦੇ ਹੋਏ ਵੀ ਫਤਿਹਗੜ੍ਹ ਸਾਹਿਬ ਝੂਠਾ ਸਨਮਾਨਿਤ ਕਰਨ ਤੇ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਐਡਵੋਕੇਟ ਮੱਤੇਵਾਲ ਦੇ ਪੁੱਤਰ ਨੂੰ ਸਹਿਜਧਾਰੀ ਸੰਬੰਧੀ ਕੇਸ ਜਿੱਤਣ ਲਈ ਸਨਮਾਨਿਤ ਕਰਨ ਤੇ ਇਸ ਦੀ ਜਿੱਤ ਦੇ ਦਾਅਵੇ ਕਰਨ ਦੀ ਕੁਝ ਅਖੌਤੀ ਪਾਖੰਡੀ ਆਪਣੇ ਆਪ ਨੂੰ ਆਪੇ ਹੀ ਸੰਤ ਬਣਾਉਣ ਤੇ ਲਿਖਣ ਵਾਲਿਆਂ ਨੇ ਦਾਅਵੇ ਕੀਤੇ ਹਨ ਤੇ ਤੁਸੀਂ ਉਹਨਾਂ ਨੂੰ ਪ੍ਰਮੋਟ ਕੀਤਾ ਹੈ। ਇੰਜ ਦਾ ਝੂਠਾ ਅਮਲ ਸਿੱਖ ਕੌਮ ਨੂੰ ਧੋਖਾ ਦੇਣ ਲਈ ਹੁਣ ਖਾਲਿਸਤਾਨ ਦੇ ਬਾਬਤ ਤੁਹਾਡੀ ਹੀ ਤਰ੍ਹਾਂ 12 ਫਰਵਰੀ 2010 ਨੂੰ ਸਰਦਾਰ ਮਾਨ ਨੇ ਇਸ਼ਤਿਹਾਰ ਛਾਪ ਕੇ ਖਾਲਿਸਤਾਨ ਦੀ ਗੱਲ ਕੀ ਕਾਂਗਰਸ ਦੇ ਕਹੇ ਤੇ ਹੀ ਕੀਤੀ ਹੈ ਤੇ ਸਰਨਾ ਨੇ ਦਿੱਲੀ ਵਿੱਚ ਉਹਨਾਂ ਦੇ ਇਸ਼ਤਿਹਾਰ ਫੜਵਾ ਕੇ ਤੇ ਸਿੱਖਾਂ ਨੂੰ ਬਦਨਾਮ ਕਰਾਉਣ ਹਿੱਤ ਮੀਡੀਆ ਵਿੱਚ ਇਸ ਦੇ ਉਲਟ ਪ੍ਰਚਾਰ ਕਰਵਾ ਕੇ ਕੀ ਸਰਕਾਰ ਅਤੇ ਸਿੱਖ ਵਿਰੋਧੀਆਂ ਦਾ ਹੀ ਪੱਖ ਨਹੀਂ ਪੂਰਿਆ। ਹੁਣੇ 4 ਮਹੀਨੇ ਪਹਿਲਾਂ ਤੱਕ ਇਹ ਸਾਰੇ ਇਕੱਠੇ ਸਨ ਤੇ ਤੁਸੀਂ ਇਹਨਾਂ ਦੇ ਇਸ ਅਖੌਤੀ ਪੰਥਕ ਧੜਿਆਂ ਦੇ ਨਾਲ ਸੀ। ਗੱਲ ਬੜੀ ਸਪਸ਼ਟ ਹੈ ਕਿਉਂਕਿ ਮਾਨ, ਸਰਨਾ, ਸਾਧ, ਲਾਣਾ ਤੇ ਹੋਰ ਅਖੌਤੀ ਖਾਲਿਸਤਾਨੀ ਧੜੇ ਤੁਹਾਡੇ ਅਤੇ ਕਾਂਗਰਸ ਦੇ ਤੇ ਨਾਲ ਹੀ ਖੱਬੇ ਪੱਖੀਆਂ ਤੇ ਸੱਜੇ ਪੱਖੀਆਂ ਵਾਂਗ ਹੀ ਖਾਲਿਸਤਾਨ ਨੂੰ ਖਾਲਿਸਤਾਨ ਕਹਿ ਕੇ ਲਗਾਤਾਰ ਪੜਵਾਉਂਦੇ ਤੇ ਬਦਨਾਮ ਕਰਾਉਂਦੇ ਆ ਰਹੇ ਹਨ ਤਾਂ ਜੋ ਸਿੱਖ ਚਾਹ ਕੇ ਵੀ ਇਸ ਦੇ ਨਾਲ ਨਾ ਜੁੜ ਜਾਣ। ਸਪੋਕਸਮੈਨ ਦਾ, ਮਾਨ ਦਾ, ਤਥਾਕਥਿਤ ਦਲ ਖਾਲਸਾ ਦਾ, ਕਾਂਗਰਸ ਦਾ, RSS ਦਾ ਤੇ ਸਰਕਾਰ ਦਾ ਏਜੰਡਾ ਕਿੰਨਾ ਸਾਫ਼ ਹੈ ਤੇ ਇੱਕੋ ਪ੍ਰਤੱਖ ਨਹੀਂ ਹੈ ਕਿ ਖਾਲਿਸਤਾਨ ਕਹਿ ਕੇ ਸਿੱਖਾਂ ਨੂੰ ਬਦਨਾਮ ਕਰੋ ਤੇ ਹਮੇਸ਼ਾ ਖਾਲਿਸਤਾਨ ਦੇ ਰਾਸ਼ਟਰੀ ਏਜੰਡੇ ਤੋਂ ਦੂਰ ਕਰਨ ਲਈ ਇਸ ਖਾਲਿਸਤਾਨੀ ਧਿਰਾਂ ਨੂੰ ਹਵਾ ਦੇ ਕੇ ਡਰ, ਰੂੜੀਵਾਦੀ, ਆਤੰਕੀ, ਵੱਖਵਾਦੀ AK-47 ਦੇ ਕਲਚਰ ਵਿੱਚ ਬਣਾ ਕੇ ਸਿੱਖਾਂ ਨੂੰ ਵੀ ਭੈ ਭੀਤ ਕਰ ਦੇਣ ਲਈ ਪੇਸ਼ ਕਰੋ ਤੇ ਵਰਤੋ। ਜਦੋਂ ਸਭ ਪਾਸੇ ਇਸ ਦੀ ਬਦਨਾਮੀ ਹੋਣ ਲੱਗ ਪਵੇ ਤਾਂ ਆਪ ਗੱਲ ਕਰਕੇ ਇਸ ਨੂੰ ਬਦਨਾਮ ਕਰਵਾਉਣ ਹਿੱਤ ਮੂੰਹ ਸੀ ਲਵੋ, ਜਿਵੇਂ ਹੁਣੇ ਮਾਨ ਦਲ ਨੇ ਕੀਤਾ ਹੈ। ਤੁਹਾਡੇ ਡਾਇਰੀ ਦੇ ਪੰਨਿਆਂ ਦਾ ਜਵਾਬ ਵੀ ਇਹਨਾਂ ਵਿੱਚੋਂ ਕਿਸੇ ਵੀ ਧਿਰ ਨੇ ਇਸੇ ਲਈ ਨਹੀਂ ਦਿੱਤਾ ਹੈ ਤੇ ਸਾਂਝੇ ਹਿੱਤਾਂ ਕਰਕੇ ਚੁੱਪ ਵੱਟੀ ਰੱਖੀ ਹੈ। ਜਦੋਂ ਵੀ ਸਿੱਖਾਂ ਦੇ ਰਾਸ਼ਟਰੀ ਨਿਸ਼ਾਨੇ ਅਤੇ ਵੱਖਰੀ ਅਡਰੀ ਸੁਤੰਤਰ ਕੌਮੀਅਤਾਂ ਦੀ ਗੱਲ ਦੇ ਹਿੱਤ ਵਿੱਚ ਕੋਈ ਵੀ ਠੋਸ ਕਾਰਵਾਈ ਮੈਂ ਅਤੇ ਮੇਰੀ ਜਥੇਬੰਦੀ ਨੇ ਕੀਤੀ ਹੈ, ਉਦੋਂ ਹੀ ਤੁਹਾਡੀ ਅਤੇ ਮਾਨ ਸਮੇਤ ਇਹਨਾਂ ਸਭਨਾਂ ਅਖੌਤੀ ਪੰਥਕ ਸਾਂਝੀਆਂ ਧਿਰਾਂ ਦੀ ਜ਼ੁਬਾਨ ਤੇ ਸਰਕਾਰੀ ਸ਼ਹਿ ਅਧੀਨ ਖਾਲਿਸਤਾਨ ਭਖਵੇ ਢੰਗ ਨਾਲ ਤੇ ਪੂਰੀ ਚਕਾਚੌਂਧ ਨਾਲ ਕਿਉਂ ਆ ਜਾਂਦਾ ਹੈ।
ਜੋ ਕੁਝ ਫਿਰ ਨੈਸ਼ਨਲ ਮੀਡੀਆ ਵਿੱਚ ਸਿੱਖਾਂ ਦੀ ਮਿੱਟੀ ਪਲੀਤ ਕੀਤੀ ਜਾਂਦੀ ਹੈ ਤੇ ਇਹ ਲੋਕ ਆਪ ਫਿਰ ਮੁਕੰਮਲ ਚੁੱਪ ਰਹਿ ਕੇ ਖਾਲਿਸਤਾਨ ਦੀ ਮਿੱਥ ਕੇ ਬਦਨਾਮੀ ਕਰਾਉਂਦੇ ਹਨ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਆਪ ਸਭ ਖਾਲਿਸਤਾਨ ਦੇ ਬੀਜ ਨਾਸ਼ਕ ਬਣ ਕੇ ਸਿੱਖੀ ਭੇਸ ਵਿੱਚ ਵਿਚਰ ਰਹੇ ਹੋ। ਨਾ ਤੁਸੀਂ ਇਸ ਪੱਖ ਵਿੱਚ ਮੂੰਹ ਖੋਲ੍ਹਿਆ ਹੈ ਤੇ ਨਾ ਹੀ ਕਿਸੇ ਨੂੰ ਜਵਾਬ ਦਿੱਤਾ। ਫਿਰ ਇਹ ਵੀ ਸਭ ਕਾਂਗਰਸ ਨੇ ਹੀ ਨਹੀਂ ਕਰਵਾਇਆ। ਸਪਸ਼ਟ ਹੈ ਬਤੌਰ ਖੁਦ ਤੁਹਾਡੇ ਕਿ ਫਿਰ ਤੁਸੀਂ ਉਸ ਦੇ ਲੀਡਰ ਮਾਨ ਦੇ ਦਲ ਖਾਲਸਾ ਦੇ ਵੱਡੇ ਵੱਡੇ ਖਾਲਿਸਤਾਨੀ ਹਮਾਇਤੀ ਬਿਆਨ ਵੀ ਕਾਂਗਰਸ ਦੀ ਹੀ ਸ਼ਹਿ ਤੇ ਅਤੇ ਕਹਿਣ ਤੇ ਹੀ ਆਪਣੀ ਅਖਬਾਰ ਵਿੱਚ ਲਾਉਂਦੇ ਹੋਵੋਗੇ। ਤੁਸੀਂ ਖੁਦ ਹੀ ਤਾਂ ਕਹਿੰਦੇ ਹੋ ਕਿ ਖਾਲਿਸਤਾਨ ਦੀ ਗੱਲ ਹਮੇਸ਼ਾ ਕਾਂਗਰਸ ਕਰਵਾਉਂਦੀ ਹੈ ਤੇ ਫਿਰ ਜਦੋਂ ਭਾਰਤੀ ਮੀਡੀਆ ਖਾਲਿਸਤਾਨ ਦੀ ਛਿਛਾਲੇਦਾਰੀ ਕਰਦਾ ਹੈ ਤੇ ਇਸ ਨੂੰ ਆਤੰਕਵਾਦੀ ਵੱਖਵਾਦੀ ਕਹਿ ਕੇ ਭੰਡਦਾ ਹੈ ਤਾਂ ਉਸ ਵਕਤ ਫਿਰ ਕਾਂਗਰਸ ਅਤੇ ਸਰਕਾਰ ਦੀ ਪਾਲਿਸੀ ਦੇ ਤਹਿਤ ਹੀ ਤੁਸੀਂ ਅਤੇ ਮਾਨ ਦਲ ਖਾਲਸਾ ਉਸ ਮੀਡੀਆ ਨੂੰ ਕੋਈ ਜਵਾਬ ਨਹੀਂ ਦਿੰਦਾ, ਉਸ ਨੂੰ ਕੋਈ ਲੀਗਲ ਨੋਟਿਸ ਨਹੀਂ ਭੇਜਦਾ, ਉਸ ਤੇ ਮੁਕੱਦਮਾ ਨਹੀਂ ਕਰਦਾ ਤੇ ਆਪਣਾ ਮੂੰਹ ਤੇ ਕਲਮ ਦੋਵੇਂ ਹੀ ਕਾਂਗਰਸ ਤੇ ਸਰਕਾਰ ਪਾਸ ਲਿਖਾਫੇ ਵਿੱਚ ਬੰਦ ਕਰਦੇ ਆਉਂਦੇ ਹੋ। ਤੁਸੀਂ ਅਤੇ ਮਾਨ ਤੇ ਅਖੌਤੀ ਪੰਥਕ ਧਿਰਾਂ ਨੇ ਹੁਣੇ ਹੀ ਫਰਵਰੀ 2010 ਵਿੱਚ ਸ਼ਹੀਦ ਭਾਈ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਤੇ ਇੰਜ ਹੀ ਕਰਕੇ ਆਪਣੇ ਆਪ ਨੂੰ ਇਹੋ ਜਿਹਾ ਹੀ ਸਾਬਤ ਨਹੀਂ ਕਰ ਦਿਖਾਇਆ ਹੈ। ਤਾਂ ਹੀ ਤਾਂ ਮਾਨ ਅਤੇ ਉਸ ਨਾਲ ਦੀਆਂ ਭਾਈਵਾਲ ਰਹੀਆਂ ਅਖੌਤੀ ਪੰਥਕ ਧਿਰਾਂ ਪੰਥ ਅਤੇ ਸਿੱਖ ਧਰਮ ਉੱਪਰ ਕੌਮੀ ਰਾਸ਼ਟਰੀਅਤਾ ਖਾਲਿਸਤਾਨ ਤੇ ਕੀਤੇ ਹਰ ਉਸ ਹਮਲੇ ਤੇ ਦੜ-ਵੱਟ ਚੁੱਪ ਕਰ ਜਾਂਦੇ ਹਨ। ਇਹ ਤੁਹਾਨੂੰ ਇੱਕੋ ਡੈਣ ਦੇ ਜਾਏ ਸਾਬਤ ਨਹੀਂ ਕਰਦਾ। ਕਾਂਗਰਸ ਦਾ ਪ੍ਰਧਾਨ ਮੰਤਰੀ ਹੁਣ ਇੱਕ ਸਿੱਖ ਹੈ ਤੇ ਉਸੇ ਕਾਂਗਰਸ ਨੇ ਹੀ ਇਹ ਸਭ ਕੁਝ ਕਰਵਾਇਆ ਤੇ ਤੁਸੀਂ ਇਸ ਕਾਂਗਰਸੀ ਦੀ ਫਿਰ 2007 ਦੀਆਂ ਚੋਣਾਂ ਵਿੱਚ ਹਮਾਇਤ ਕਿਉਂ ਕੀਤੀ? ਜਾਂ ਕੀ ਹੁਣ ਕਾਂਗਰਸ ਤੇ ਭਾਜਪਾਈ ਨਾਲ ਹੀ ਸਾਰੀਆਂ ਹਿੰਦੂ ਕੱਟੜਪੰਥੀ ਤਾਕਤਾਂ ਰਲ ਕੇ ਤੁਹਾਥੋਂ ਸਿੱਖ ਕੌਮੀਅਤਾਂ ਨੂੰ ਬਦਨਾਮ ਕਰਾਉਣ ਦਾ ਇਹ ਬੇੜਾ ਚੁਕਵਾ ਕੇ ਕੰਮ ਕਰਵਾ ਰਹੇ ਹਨ? ਤੁਹਾਡੀ ਲਿਖਤ ਮੁਤਾਬਕ ਤਾਂ ਤੁਸੀਂ ਖੁਦ ਹੀ ਇਸ ਗੱਲ ਨੂੰ ਆਪ ਹੀ ਸਾਬਤ ਕਰ ਦਿੱਤਾ ਹੈ। ਆਪਣੇ ਗੁਨਾਹ ਨੂੰ ਸਾਬਤ ਕਰਤਾ ਖੁਦ ਹੀ ਤੁਸੀਂ ਅਤੇ ਤੁਹਾਡਾ ਅਖਬਾਰ ਆਪਣੇ ਖਿਲਾਫ ਖੁਦ ਸਬੂਤ ਹੈ। ਕਿਸੇ ਵੀ ਜਨਤਕ ਸਭਾ ਵਿੱਚ ਇਸ ਬਾਰੇ ਮੇਰੇ ਨਾਲ ਸਿੱਧਾ ਸੰਵਾਦ ਕਰ ਸਕਦੇ ਹੋ। ਨਿਰਪੱਖਤਾ ਦਾ ਢੰਡੋਰਾ ਦੇਣ ਦਾ ਡੰਬਰੀ ਸਾਜ਼ ਵਜਾਉਣਾ ਬੰਦ ਕਰੋ। ਆਪਣੇ ਅਖਬਾਰ ਵਿੱਚ ਹੀ ਜਿਹੜੀ ਕਿ ਤੁਹਾਡੀ ਅਖਬਾਰੀ ਜ਼ਿੰਮੇਵਾਰੀ ਵੀ ਬਣਦੀ ਹੈ। ਬਰਾਬਰ ਸਵਾਲ ਜਵਾਬ ਦੀ ਮੇਰੇ ਨਾਲ ਲੇਖ ਲੜੀ ਛਪਵਾਉਣ ਦਾ ਜਿਗਰਾ ਦਿਖਾਓ, ਮੈਂ ਤਿਆਰ ਹਾਂ। ਰੋਸ ਨਾ ਕੀਜੈ ਉੱਤਰ ਦੀਜੈ ਦੀ ਮੰਗ ਕਰਨ ਵਾਲਿਓ, ਜਦ ਤੁਹਾਨੂੰ ਉੱਤਰ ਵਿੱਚ ਖੱਤ ਲਿਖਿਆ ਜਾਂਦਾ ਹੈ ਤਾਂ ਫਿਰ ਤੁਸੀਂ ਉਸ ਨੂੰ ਛਾਪਣ ਦੀ ਵੀ ਜੁਰਤ ਦਿਖਾਇਆ ਕਰੋ, ਜਾਂ ਸਿਰਫ ਨਾਦਰਸ਼ਾਹੀ ਅਥਵਾ ਇੰਦਰਾਸ਼ਾਹੀ ਤਾਨਾਸ਼ਾਹੀ ਵਾਂਗ ਸਿਰਫ ਆਪਣੀ ਹੀ ਗੱਲ ਦਾ ਆਪਣੇ ਹੀ ਮੀਡੀਆ ਰਾਹੀਂ ਇਸ ਦਾ ਘੋਰ ਦੁਰਉਪਯੋਗ ਕਰਕੇ ਸਿਰਫ ਆਪਣਾ ਹੀ ਝੂਠ ਫੈਲਾਉਣਾ ਹੈ। ਹੁਣ ਤਾਂ ਬੋਲ ਨਾ ਝੂਠ ਨਾ ਬੋਲ ਪਾਂਡੈ ਸੱਚ ਕਹੀਏ। ਤੁਸੀਂ ਇਤਨਾ ਹੀ ਕੁਫਰ ਕਥਿਤ ਅਤੇ ਜ਼ਿਕਰ ਕਰਤਾ ਡਾਇਰੀ ਦੇ ਪੰਨੇ ਵਿੱਚ ਨਹੀਂ ਤੋਲਿਆ, ਸਗੋਂ ਤੁਸੀਂ ਤਾਂ ਹਰ ਹੱਦ ਬੰਨਾ ਬੁਰਛਾ ਗਰਦੀ ਨਾਲ ਤੋੜ ਕੇ ਵਗਾ ਮਾਰਦੇ ਹੋਏ ਇਹ ਝੂਠ ਵੀ ਲਿਖ ਮਾਰਿਆ ਹੈ ਕਿ ਸਰਦਾਰ ਸਵਰਨ ਸਿੰਘ ਨੇ ਸ਼੍ਰੋਮਣੀ ਕਮੇਟੀ ਵਿੱਚ ਖਾਲਿਸਤਾਨ ਦਾ ਮਤਾ ਰੱਖ ਕੇ ਪਾਸ ਕਰਵਾਇਆ ਤਾਂ ਉਹ ਸਿੱਖਾਂ ਦਾ ਫੈਸਲਾ ਨਹੀਂ ਸੀ, ਇਹ ਮਤਾ ਪਾਸ ਕਰਨ ਲਈ ਕਾਂਗਰਸ ਨੇ ਕਿਹਾ ਸੀ। ਸ਼੍ਰੀਮਾਨ ਜੀਓ, ਇਸ ਤੋਂ ਵੱਡਾ ਝੂਠ ਦਾ ਹਲਵਾ ਤਾਂ ਤੁਸੀਂ ਏਕਸ ਕੇ ਬਾਰਕ ਬਣ ਕੇ ਪਕਾ ਹੀ ਨਹੀਂ ਸੀ ਸਕਦੇ। ਇਹ ਉਹ ਮੁੱਦੇ ਹਨ ਜਿਨ੍ਹਾਂ ਨੂੰ ਤੁਹਾਡੀ ਲਿਖਤ ਵਿੱਚ ਤੁਸੀਂ ਖੁਦ ਪ੍ਰਮਾਣਿਤ ਕੀਤਾ ਹੈ ਤੇ ਮੈਂ ਇਹਨਾਂ ਨੂੰ ਲੋਕ ਕਚਹਿਰੀ ਵਿੱਚ ਚੈਲੰਜ ਕਰਦਾ ਹਾਂ। ਮੱਕਾਰ ਲੋਕਾਂ ਦੀ ਇਹ ਅਖੌਤੀ ਵਿਦਵਤਾ ਦਾ ਦੰਭੀ ਹੰਕਾਰ ਕਿ ਅਸੀਂ ਤਾਂ ਸਵਾਲ ਕਰ ਦਿੱਤਾ ਹੈ, ਜਵਾਬ ਸੰਗਤ ਦੇਵੇ, ਇੱਕ ਬਹੁਤ ਵੱਡਾ ਲੋਕਾਂ ਨਾਲ ਫਰਾਡ ਹੈ। ਇਹ ਬੌਧਿਕ ਅਤੇ ਮਾਨਸਿਕ ਕਤਲੋਗਾਰਤ ਦੀ ਸ਼੍ਰੇਣੀ ਵਿੱਚ ਆਉਂਦਾ ਘਿਨਾਉਣਾ ਅਪਰਾਧ ਹੈ ਜੋ ਪ੍ਰੈਸ ਅਤੇ ਬਾਕੀ ਮੀਡੀਆ ਕਲਮਕਾਰਾਂ ਦੀ ਸੁਤੰਤਰਤਾ ਦੇ ਮਾਪਦੰਡਾਂ ਦੀ ਸੰਪੂਰਨ ਧੱਜੀਆਂ ਉਡਾ ਦਿੰਦਾ ਹੈ। ਕੋਈ ਵੀ ਲਿਖਾਰੀ, ਸੰਪਾਦਕ, ਚਿੰਤਕ, ਵਿਦਵਾਨ ਲੋਕਾਂ ਅੱਗੇ ਸਵਾਲ ਨਹੀਂ ਕਰਦਾ, ਸਗੋਂ ਲੋਕਾਂ ਦੇ ਸਵਾਲਾਂ ਦਾ ਅਤੇ ਉਹਨਾਂ ਦੀਆਂ ਚਿੰਤਾਵਾਂ ਅਤੇ ਪੁੱਛਾਂ ਦਾ ਜਵਾਬ ਦਿੰਦਾ ਹੈ। ਉਹ ਵੱਡੇ ਹੰਕਾਰੀ ਅਤੇ ਦੰਭੀ ਮੱਕਾਰ ਹੁੰਦੇ ਹਨ ਜੋ ਆਪਣੇ ਆਪ ਨੂੰ ਵਿਦਵਾਨ ਤੇ ਲਿਖਾਰੀ, ਪ੍ਰੋਫੈਸਰ ਤੇ ਪ੍ਰਚਾਰਕ ਵੀ ਅਖਵਾਉਣ ਤੇ ਫਿਰ ਇਹ ਕਹਿ ਕੇ ਭੱਜਣ ਵੀ ਕਿ ਅਸੀਂ ਤਾਂ ਸੰਗਤ ਨੂੰ ਸਵਾਲ ਕੀਤਾ ਹੈ, ਜਵਾਬ ਤਾਂ ਸੰਗਤ ਹੀ ਦੇ ਸਕਦੀ ਹੈ। ਇੰਜ ਦੀ ਮਾਨਸਿਕ ਪ੍ਰਦੂਸ਼ਣਤਾ ਫੈਲਾ ਕੇ ਤੁਸੀਂ ਅਤੇ ਤੁਹਾਡੀ ਸਮੁੱਚੀ ਅਖੌਤੀਆਂ ਦੀ ਜਮਾਤ
ਸਿੱਖ ਸੰਗਤਾਂ ਨੂੰ ਵੰਗਾਰ ਪਾ ਰਹੀ ਹੈ ਕਿ ਉਹ ਹੁਣ ਤੁਹਾਡੇ ਬੌਧਿਕ ਅਤੇ ਧਾਰਮਿਕ, ਇਤਿਹਾਸਕ, ਸਮਾਜਿਕ ਪ੍ਰਦੂਸ਼ਣ ਦੇ ਖਿਲਾਫ ਕਮਰ ਕੱਸਣ। ਇਹ ਚੇਤਾ ਰੱਖੋ ਕਿ ਸੰਗਤ ਫਿਰ ਜਵਾਬ ਨਹੀਂ ਦਿੰਦੀ, ਸੰਗਤ ਨਿਰਣਾਇਕ ਹੋ ਕੇ ਹਮਲਾਵਰਾਂ ਦਾ ਟਾਕਰਾ ਕਰਦੀ ਹੈ। ਸਾਰੇ ਮਾਮਲੇ ਤੋਂ ਬਾਅਦ ਲੱਗਦਾ ਇਹੋ ਹੈ ਕਿ ਤੁਸੀਂ ਹੁਣ ਇਹੋ ਹੀ ਚਾਹੁੰਦੇ ਹੋ। ਮਾੜੀ ਮੋਟੀ ਤਾਂ ਮਰਦਾਨਗੀ ਵਿਖਾਉਂਦੇ, ਤੁਸੀਂ ਤਾਂ ਬਿਲਕੁਲ ਹੀ ਨਾਮਰਦਾਂ ਤੋਂ ਵੀ ਹੇਠਲੇ ਨਿਕਲੇ। ਨਾਮਰਦਗੀ ਦੀ ਇਸ ਤੋਂ ਵੱਡੀ ਹੋਰ ਕੀ ਮਿਸਾਲ ਹੋ ਸਕਦੀ ਹੈ ਕਿ ਆਪਣੇ ਹੀ ਚੁੱਕੇ ਸਵਾਲਾਂ ਦੇ ਜਵਾਬ ਮਿਲਣ ਤੇ ਤੁਹਾਡੀ ਬੌਧਿਕ ਲਾਬੀ ਨੂੰ ਮੌਕ ਲੱਗ ਜਾਣ ਤੇ ਉਹ ਸਰਕਾਰੀ ਦਰਬਾਰੇ ਜਾ ਕੇ ਕਹਿਣ ਕਿ ਸਾਨੂੰ ਧਮਕੀਆਂ ਮਿਲਦੀਆਂ ਹਨ, ਸੁਰੱਖਿਆ ਦਿਓ। ਆਪਣੇ 22 ਮਾਰਚ 2010 ਦੇ ਮੱਕਾਰੀ ਭਰਪੂਰ ਸੰਪਾਦਕੀ ਨੋਟ ਰਾਹੀਂ ਹੁਣ ਅਸਲ ਮੁੱਦੇ ਤੋਂ ਗੱਲ ਨੂੰ ਫਰੇਬ ਨਾਲ ਪਾਸੇ ਨਾ ਲੈ ਕੇ ਜਾਓ। ਹੁਣ ਸਿੱਖ ਤੁਹਾਨੂੰ ਇਸ ਦੀ ਇਜਾਜ਼ਤ ਨਹੀਂ ਦੇਣਗੇ। ਇਹ ਉਹ ਅਸਲ ਮੁੱਦੇ ਹਨ ਜੋ ਤੁਹਾਡੇ 13 ਸਤੰਬਰ 2009 ਤੋਂ ਲੜੀਵਾਰ ਛਪੇ ਡਾਇਰੀ ਦੇ ਪੰਨਿਆਂ ਰਾਹੀਂ ਤੁਸੀਂ ਖੁਦ ਵੰਗਾਰ ਕੇ ਚੁੱਕੇ ਹਨ। ਹੁਣ ਇਹਨਾਂ ਦਾ ਸਾਹਮਣਾ ਕਰੋ। ਗੱਲ 10 ਲੱਖ ਰੁਪਇਆਂ ਦੀ ਹੈ ਹੀ ਨਹੀਂ, ਇਹ ਤਾਂ ਆਪਣੀ ਅਮੀਰੀ ਦਾ ਹੰਕਾਰੀ ਜ਼ਹਿਰੀਲਾ ਫੁੰਕਾਰਾ ਤੁਸੀਂ ਖੁਦ ਮਾਰਿਆ ਹੈ। ਗੱਲ ਅਸਲ ਇਹ ਹੈ ਕਿ ਜਿਹੜਾ ਸਿੱਖ ਰਾਸ਼ਟਰੀਅਤਾ ਦੀ ਰਾਜਨੀਤਿਕ ਸੁਤੰਤਰ, ਵਿਲੱਖਣ, ਅੱਡਰੀ ਅਤੇ ਗੁਰਮਤ ਵਰਸਾਈ ਸੁਤੰਤਰ ਰਾਜ ਪ੍ਰਣਾਲੀ ਦਾ ਪ੍ਰਭਾਸ਼ਕ ਇੱਕ ਅੱਖਰੀ ਵਰਤਾਰਾ ਬਤੌਰ ਖਾਲਿਸਤਾਨ ਸ਼ਬਦ ਦੇ ਸਿੱਖ ਮਾਨਸਿਕਤਾ ਸਵੀਕਾਰ ਕਰ ਚੁੱਕੀ ਹੈ, ਤੁਸੀਂ ਉਸ ਦਾ ਮੌਜੂ ਉਡਾਇਆ ਹੈ, ਇਸ ਨੂੰ ਕਾਂਗਰਸੀ ਕਿਹਾ ਹੈ। ਇਹ ਕੋਈ ਮੁੱਦਾ ਤੇ ਨਿਸ਼ਾਨਾ ਸਿੱਖਾਂ ਦਾ ਕਦੇ ਰਿਹਾ ਹੀ ਨਹੀਂ। ਵਰਗੀ ਆਧਾਰਹੀਨ ਝੂਠੀ ਗੱਲ ਕਹਿ ਕੇ ਦੁਸ਼ਮਣੀ ਕਮਾਈ ਹੈ। ਦੁਸ਼ਮਣ ਦਾ ਪ੍ਰਚਾਰਕ, ਵਿਦੂਸ਼ਕ ਬਣ ਕੇ ਇਸ ਨੂੰ ਬਦਨਾਮ ਕਰ ਰਹੇ ਹੋ ਅਤੇ ਕੀਤਾ ਹੈ। ਅਸਲ ਮੁੱਦਾ ਇਹ ਹੈ। ਇਸ ਲਈ ਮੈਂ ਤੁਹਾਨੂੰ ਫਿਰ ਕਟਹਿਰੇ ਵਿੱਚ ਖੜਾ ਕਰਦਾ ਹਾਂ। ਅਗਰ ਤੁਹਾਨੂੰ ਆਪਣੇ ਹੰਕਾਰ ਤੇ ਇਤਨਾ ਹੀ ਜ਼ਿਆਦਾ ਤਾਣ ਹੈ ਤਾਂ ਫਿਰ ਮੇਰੇ ਇਸ ਹੱਲ ਨੂੰ ਸਵੀਕਾਰਦੇ ਕਿਉਂ ਨਹੀਂ ਕਿ ਇਤਿਹਾਸਕਾਰਾਂ ਦਾ ਪੈਨਲ ਵੀ ਤੁਹਾਡਾ, ਸੰਗਤ ਵੀ ਤੁਹਾਡੀ, ਆਓ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਆਮਣੇ ਸਾਹਮਣੇ ਦਲੀਲਾਂ ਦਾ ਆਦਾਨ ਪ੍ਰਦਾਨ ਕਰੀਏ। ਮੈਂ ਇਕੱਲਾ ਆਵਾਂਗਾ, ਤੁਸੀਂ ਆਪਣੇ ਇਤਿਹਾਸਕਾਰਾਂ ਦਾ ਪੈਨਲ ਤੇ ਸੰਗਤ ਨਾਲ ਲਿਆਉਣੀ ਨਾ ਭੁੱਲਿਆ ਜੇ। ਤਾਰੀਖ ਵੀ ਤੁਹਾਡੀ, ਸਮਾਂ ਵੀ ਤੁਹਾਡਾ ਤੇ ਜੱਜ ਵੀ ਤੁਹਾਡੇ, ਵਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ। ਜੇ ਵਾਕਿਆ ਹੀ ਤੁਸੀਂ ਆਪਣੇ ਇਸ ਝੂਠੇ ਦਾਅਵੇ ਕਿ ਸਿੱਖੀ ਦਾ ਭਲਾ ਕਰਨ ਵਾਲੇ ਸਿੱਖ ਅਖਬਾਰ ਹੋ, ਜਿਵੇਂ ਤੁਹਾਡੇ ਚਮਚੇ ਵੀ ਇਹ ਰੌਲਾ ਪਾਉਂਦੇ ਹਨ, ਤਾਂ ਆਓ ਬੈਠ ਕੇ ਭਰਾਵਾਂ ਵਾਂਗ ਗੱਲ ਕਰਨ ਦੀ ਜੁਰਤ ਦਿਖਾਓ। ਖੱਤ ਦਾ ਜਵਾਬ ਖੱਤ ਵਿੱਚ ਹੀ ਤਾਰੀਖਾਂ ਤੇ ਸਮਾਂ ਤੈਅ ਕਰਕੇ ਦੇਣਾ। ਜੇ ਅਖਬਾਰ ਵਿੱਚ ਦੇਣ ਦੀ ਬੇਈਮਾਨੀ ਇੱਕ ਤਰਫਾ ਛਾਪ ਕੇ ਕਰਨੀ ਹੈ ਤਾਂ ਫਿਰ ਮੇਰਾ ਪਹਿਲਾਂ ਤੇ ਇਹ ਖੱਤ ਵੀ ਆਪਣੇ ਜਵਾਬ ਨਾਲ ਛਾਪ ਕੇ ਆਪਣੇ ਸੱਚੇ ਹੋਣ ਦਾ ਤੇ ਆਪਣੀ ਇਸ ਲਿਖਤ ਤੇ ਪੂਰਾ ਢੁਕਣ ਦਾ ਪ੍ਰਮਾਣ ਵੀ ਪੇਸ਼ ਕਰਨਾ, ਜਿਹੜੀ ਇਸੇ ਡਾਇਰੀ ਦੇ ਪੰਨੇ ਤੇ ਤੁਸੀਂ ਖੁਦ ਲਿਖੀ ਹੈ ਕਿ ਮੈਂ ਸੱਚ ਹੱਥੋਂ ਵੱਡੇ ਤੋਂ ਵੱਡਾ ਨੁਕਸਾਨ ਵੀ ਬਰਦਾਸ਼ਤ ਕਰ ਸਕਦਾ ਹਾਂ, ਪਰ ਝੂਠ ਹੱਥੋਂ ਹੋਇਆ ਛੋਟੇ ਤੋਂ ਛੋਟਾ ਨੁਕਸਾਨ ਵੀ ਮੇਰੇ ਕੋਲ ਜਰਿਆ ਨਹੀਂ ਜਾਂਦਾ। ਆਪਣੇ ਖੁਦ ਦੇ ਹੰਕਾਰੀ ਸਵੈ ਮਾਣ ਨੂੰ ਬਚਾਉਣ ਲਈ ਫਿਰ ਆਪਣੇ ਡਾਇਰੀ ਦੇ ਪੰਨੇ, ਮੇਰੇ ਦੋਵੇਂ ਖੱਤ ਅਤੇ ਆਪਣਾ ਤੇ ਇਤਿਹਾਸਕਾਰਾਂ ਦਾ ਜਵਾਬ ਆਪਣੇ ਅਖਬਾਰ ਵਿੱਚ ਆਮੋ ਸਾਹਮਣੇ ਛਾਪਣ ਦੀ ਜੁਰਤ ਦਿਖਾਓ। ਆਓ ਆਪਣੇ ਕਹੇ ਤੇ ਖਰੇ ਉਤਰੋ ਤੇ ਹੁਣ ਸੱਚ ਦੇ ਰੂਬਰੂ ਹੋਣ ਦੀ ਵੀ ਜੁਰਤ ਦਿਖਾਓ। ਇਸੇ ਸਬੰਧ ਵਿੱਚ ਮੇਰਾ ਪਹਿਲਾ ਬੁਨਿਆਦੀ ਖੱਤ, ਜੋ ਇਹਨਾਂ ਦੋਹਾਂ ਖੱਤਾਂ ਤੋਂ ਵੱਖਰਾ ਹੈ, ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਨੂੰ ਵੀ ਛਾਪ ਕੇ ਜਾਂ ਇਸ ਦਾ ਵੀ ਉੱਤਰ ਦੇਣ ਦੀ ਬਹਾਦਰੀ ਦਿਖਾਓ। ਰਹੀ ਗੱਲ ਹੁਣ ਤੁਹਾਡੇ ਵੱਲੋਂ ਚੁੱਕੇ ਇਸ ਸਵਾਲ ਦੀ ਕਿ ਮੈਂ ਤਾਂ ਇੱਥੋਂ ਤੱਕ ਪੇਸ਼ਕਸ਼ ਕਰਦਾ ਹਾਂ ਕਿ ਜੇ ਕੋਈ ਅੱਜ ਵੀ ਤੱਥਾਂ ਦੇ ਆਧਾਰ ਤੇ ਇਹ ਗੱਲ ਸਹੀ ਸਾਬਤ ਕਰ ਦੇਵੇ ਤੇ ਇਸ ਵੇਲੇ ਮੌਜੂਦ 4 ਵੱਡੇ ਸਿੱਖ ਇਤਿਹਾਸਕਾਰਾਂ ਕੋਲੋਂ ਅਖਵਾ ਦੇਵੇ ਕਿ ਉਸ ਵੱਲੋਂ ਪੇਸ਼ ਕੀਤੇ ਗਏ ਤੱਥਾਂ ਅਨੁਸਾਰ ਇਹ ਸੱਚ ਹੈ ਕਿ ਅੰਗਰੇਜ਼ ਸਿੱਖਾਂ ਨੂੰ ਖਾਲਿਸਤਾਨ ਅਰਥਾਤ ਸਿੱਖ ਸੁਤੰਤਰਤਾ ਜਾਂ ਸਿੱਖ ਸਟੇਟ ਜਾਂ ਸਿੱਖ ਰਾਸ਼ਟਰ ਸਿੱਖਾਂ ਨੂੰ ਬਤੌਰ ਦੇਸ਼ ਵੰਡ ਵੇਲੇ ਤੀਜੀ ਧਿਰ ਸਵੀਕਾਰਦੇ ਹੋਏ ਦਿੰਦਾ ਸੀ ਜਾਂ ਨਹੀਂ, ਅਸਲ ਮੁੱਦਾ ਤੁਸੀਂ ਇਹੋ ਚੁੱਕਿਆ ਹੈ। ਦਿੰਦਾ ਸੀ ਤਾਂ ਮੇਰੇ ਕੋਲ 10 ਲੱਖ ਰੁਪਏ ਇਨਾਮ ਲੈ ਜਾਵੇ। ਉਸ ਮਗਰੋਂ ਮੈਂ ਵੀ ਉਸ ਦੀ ਹਮਾਇਤ ਵਿੱਚ ਲਿਖਣ ਦਾ ਦਾਅਵਾ ਕਰਦਾ ਹਾਂ। ਤਾਂ ਲਓ ਸਬੂਤ ਹਾਜ਼ਰ ਹਨ, ਆਪਣੇ ਇਤਿਹਾਸਕਾਰਾਂ ਅਤੇ ਬੁਰਛਾ ਲਾਬੀ ਤੋਂ ਤਸਦੀਕ ਕਰਵਾ ਲਵੋ। ਪਹਿਲਾ, ਵਿਸ਼ਵ ਪ੍ਰਸਿੱਧ ਦਾਰਸ਼ਨਿਕ ਅਤੇ ਮਹਾਨ ਲੇਖਕ ਪ੍ਰੋਫੈਸਰ ਪੂਰਨ ਸਿੰਘ ਜੀ ਨੇ 21 ਅਕਤੂਬਰ 1928 ਨੂੰ ਸਰ ਸਾਈਮਨ ਕਮਿਸ਼ਨ ਨੂੰ ਸਿੱਖ ਹੱਕਾਂ ਸੰਬੰਧੀ ਅਤੇ ਭਾਰਤ ਦੀ ਸੁਭਾਵਿਕ ਵੰਡ ਸੰਬੰਧੀ 36 ਸਫ਼ਿਆਂ ਦਾ ਇੱਕ ਮੈਮੋਰੰਡਮ ਪੇਸ਼ ਕੀਤਾ ਸੀ। ਇਹ ਮੈਮੋਰੰਡਮ ਸਾਈਮਨ ਕਮਿਸ਼ਨ ਦੇ ਰਿਕਾਰਡ ਨਾਲ ਬ੍ਰਿਟਿਸ਼ ਕਰਾਊਨ ਆਰਕਾਈਵ ਵਿੱਚ ਸੁਰੱਖਿਅਤ ਹੈ। ਉਸ ਵਿੱਚੋਂ ਹੀ ਮੈਂ ਸਿਰਫ ਸੰਬੰਧਿਤ ਹਿੱਸੇ ਦੇ ਰਿਹਾ ਹਾਂ।
ਆਮਣੇ ਸਾਹਮਣੇ ਬੈਠੋਗੇ ਤਾਂ ਪੂਰਾ ਪੱਤਰ ਪੇਸ਼ ਕਰਾਂਗਾ। ਉਹ ਲਿਖਦੇ ਹਨ, ਹੁਣ ਮਹੱਤਵਪੂਰਨ ਨਵੀਆਂ ਸਿਰਜੀਆਂ ਗਈਆਂ ਕੌਮਾਂ ਵਿੱਚੋਂ ਸਿੱਖਾਂ ਉੱਤੇ ਆਉਂਦੇ ਹਾਂ। ਇਹ ਸਾਰੀਆਂ ਘੱਟ ਗਿਣਤੀਆਂ ਆਪਣੀ ਆਪਣੀ ਦਿਸ਼ਾ ਵੱਲ ਖਿੱਚ ਪਾ ਰਹੀਆਂ ਹਨ, ਕਿਉਂਕਿ ਹਰ ਇੱਕ ਨਵੀਂ ਜ਼ਿੰਦਗੀ ਅਤੇ ਨਵੇਂ ਵਿਸ਼ਵਾਸ ਰੱਖਦੀਆਂ ਹਨ। ਉਸ ਵਿਸ਼ਵਾਸ ਨੂੰ ਇਹ ਹਿੰਦੂ ਮੁੱਢ ਤੋਂ ਕੱਟ ਕੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੀਆਂ ਹਨ। ਜੇ ਇਹ ਮੁੱਢ ਬੇਰੋਕ ਟੋਕ ਵੱਧਦਾ ਜਾਵੇਗਾ ਤਾਂ ਨਵੀਂ ਲਗਾਈ ਗਈ ਕਲਮ ਗ੍ਰਾਫਟਡ ਦਾ ਸੋਹਣਾਪਨ ਅਤੇ ਜੀਵਨ ਚਲਾ ਜਾਵੇਗਾ। ਉਦਾਹਰਨ ਲਈ ਸਿੱਖ 10 ਗੁਰੂਆਂ ਦੀਆਂ ਸਿੱਖਿਆਵਾਂ ਵਿੱਚ ਵਿਸ਼ਵਾਸ ਕਰਦੇ ਹਨ। ਸਿੱਖਾਂ ਦਾ ਭੂਤਕਾਲ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੁੰਦਾ ਹੈ ਅਤੇ ਇਹਨਾਂ ਦਾ ਭਵਿੱਖ ਇਹਨਾਂ ਦੇ ਆਦਰਸ਼ਾਂ ਦੀ ਤਰੱਕੀ ਵਿੱਚ ਨਿਹਿਤ ਹੈ। ਗੁਰੂਆਂ ਨੇ ਹਿੰਦੂਆਂ ਦੇ ਮਰ ਚੁੱਕੇ ਸਮੂਹ ਵਿੱਚੋਂ ਇੱਕ ਹਿੱਸਾ ਕੱਟ ਕੇ ਇਸ ਵਿੱਚ ਇੱਕ ਨਵਾਂ ਜੀਵਨ ਭਰ ਦਿੱਤਾ ਸੀ। ਉਸ ਨੇ ਟੁੱਟ ਭੱਜ ਚੁੱਕੇ ਲੋਕਾਂ, ਜਿਨ੍ਹਾਂ ਨੂੰ ਹਿੰਦੂ ਕਹਿੰਦੇ ਸਨ ਅਤੇ ਜੋ ਬ੍ਰਾਹਮਣਵਾਦ ਦੀ ਅਜੀਬੋ ਗਰੀਬ ਧਰਮ ਸ਼ਾਸਤਰੀ ਤਾਨਾਸ਼ਾਹੀ ਦੀ ਜਟਿਲ ਸਾਜ਼ਿਸ਼ ਦੇ ਸਵੈ ਸੰਮੋਹਿਤ ਗੁਲਾਮ ਹਨ, ਵਿੱਚੋਂ ਸਿੱਖਾਂ ਨੂੰ ਅਲੱਗ ਕੀਤਾ। ਸਿੱਖ ਗੁਰੂਆਂ ਨੇ ਡਰ ਨਾਲ ਘਬਰਾਈ ਹੋਈ ਭੀੜ ਵਿੱਚੋਂ ਇੱਕ ਉੱਤਮ ਜਾਨਦਾਰ ਕੌਮ ਦਾ ਨਿਰਮਾਣ ਕੀਤਾ। ਸਾਰੇ ਇਤਿਹਾਸਕਾਰ ਗੁਰੂਆਂ ਦੇ ਇਸ ਮਹਾਨ ਪ੍ਰਯੋਗ ਦੀ ਮਹਾਨਤਾ ਨੂੰ ਮੰਨਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਕਾਰਨਾਮੇ ਦੀ ਪ੍ਰਸ਼ੰਸਾ ਕਰਦੇ ਹਨ ਜਿਸ ਨਾਲ ਉਹਨਾਂ ਨੇ ਜਾਪਾਨ ਦੀ ਬੁਸ਼ੀਡੋ ਕੌਮ ਵਰਗੀ ਸਪਿਰਿਟ ਸਿੱਖਾਂ ਵਿੱਚ ਭਰ ਦਿੱਤੀ ਸੀ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਮਰ ਚੁੱਕੇ ਲੋਕਾਂ ਦੇ ਢੇਰ ਵਿੱਚੋਂ ਅਲੱਗ ਕੀਤਾ ਸੀ। ਸਿੱਖ ਲੰਬੇ ਕੇਸ ਰੱਖਦੇ ਅਤੇ ਕਿਰਪਾਨ ਪਹਿਨਦੇ ਹਨ। ਭਾਵੇਂ ਅਜੋਕੇ ਆਧੁਨਿਕਵਾਦੀਆਂ ਲਈ ਇਹ ਚਿੰਨ੍ਹ ਬੇਤੁਕੇ ਹੋਣਗੇ, ਪਰ ਭਾਰਤ ਦੀਆਂ ਸਥਾਨਕ ਸਮਾਜਿਕ ਹਾਲਤਾਂ ਅਤੇ ਮਾਹੌਲ ਦੇ ਸੰਦਰਭ ਵਿੱਚ ਇਹ ਅਤ ਪ੍ਰਤਿਭਾਵਾਨ ਮਨੁੱਖ ਦੇ ਕੰਮਾਂ ਦਾ ਫਲ ਹਨ ਅਤੇ ਇਹਨਾਂ ਬੇਤੁਕੀਆਂ ਚੀਜ਼ਾਂ ਕੇਸਾਂ ਅਤੇ ਦਾੜੀ ਵਰਗੀਆਂ ਦੇ ਥੱਲੇ ਇੱਕ ਪੂਰੇ ਰਾਸ਼ਟਰ ਦੀ ਜ਼ਿੰਦਗੀ ਲੁਕੀ ਹੋਈ ਹੈ। ਜਿਵੇਂ ਕੁਦਰਤ ਨੇ ਮੁਲਾਇਮ ਰੂਹ ਵਰਗੇ ਬੱਦਲਾਂ ਥੱਲੇ ਕੜਕਦੀ ਬਿਜਲੀ ਲੁਕਾ ਛੱਡੀ ਹੈ, ਹਿੰਦੂ ਇਸ ਕਾਰਜ ਨੂੰ ਆਪਣੇ ਵਿਰੁੱਧ ਚਿਤਵਦੇ ਹਨ। ਗੁਰੂ ਨੇ ਹਿੰਦੂਆਂ ਨੂੰ ਉਦੋਂ ਤੱਕ ਮਰੇ ਹੋਏ ਘੋਸ਼ਿਤ ਕੀਤਾ ਹੋਇਆ ਹੈ ਜਦੋਂ ਤੱਕ ਇਹ ਆਪਣੀ ਮੁਕਤੀ ਲਈ ਖਾਲਸਾ ਪੰਥ ਵਿੱਚ ਸ਼ਾਮਲ ਨਹੀਂ ਹੋ ਜਾਂਦੇ। ਹਿੰਦੂ ਉਹਨਾਂ ਜਾਤ ਪਾਤ ਪ੍ਰਤੀ ਕੀਤੀਆਂ ਵਿਹਾਰਕ ਆਲੋਚਨਾਵਾਂ ਨੂੰ ਸਹਿਣ ਨਹੀਂ ਕਰਦੇ ਜਿਹੜੀਆਂ ਗੁਰੂ ਨੇ ਪੰਜਾਬ ਦੇ ਲੋਕਾਂ ਵਿੱਚ ਇੱਕ ਤਾਜ਼ਗੀ ਭਰਿਆ ਜੋਸ਼ ਭਰਨ ਸਮੇਂ ਪ੍ਰਤੀਘਾਤੀ ਤੌਰ ਉੱਤੇ ਕੀਤੀਆਂ ਸਨ। ਹਿੰਦੂਆਂ ਨੇ ਬੁੱਧ ਧਰਮ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ ਅਤੇ ਹੁਣ ਸਿੱਖ ਧਰਮ ਨੂੰ ਕਤਲ ਕਰ ਦੇਣਾ ਚਾਹੁੰਦੇ ਹਨ, ਕਿਉਂਕਿ ਦੋਵੇਂ ਸਿਸਟਮ ਪਿਆਰ ਭਰੇ ਧਰਮ ਦਾ ਚੋਲਾ ਪਾ ਕੇ ਕਾਰਜਸ਼ੀਲ ਹਿੰਦੂ ਤਾਨਾਸ਼ਾਹੀ ਨੂੰ ਨਿੰਦਦੇ ਹਨ। ਹਿੰਦੂਆਂ ਵੱਲੋਂ ਮਾਰੀਆਂ ਗਈਆਂ ਕੁਝ ਸੱਟਾਂ ਦੱਸਦੀਆਂ ਹਨ ਕਿ ਹਵਾ ਕਿਸ ਦਿਸ਼ਾ ਵਿੱਚ ਵਗੇਗੀ। ਮਹਾਤਮਾ ਗਾਂਧੀ ਨੇ ਕੇਸ ਰੱਖਣ ਦੇ ਵਿਰੋਧ ਵਿੱਚ ਪ੍ਰਚਾਰ ਕੀਤਾ ਹੈ। ਉਹ ਸਿੱਖ ਜਿੱਤਾਂ ਦੇ ਨਾਅਰਿਆਂ ਨੂੰ ਨਿੰਦਦਾ ਹੈ ਅਤੇ ਇਹਨਾਂ ਨੂੰ ਦੇਸ਼ ਵਿਰੋਧੀ ਦੱਸਦਾ ਹੈ, ਜਿਨ੍ਹਾਂ ਨਾਲ ਸਿੱਖਾਂ ਨੇ ਮੁਗਲ ਤਾਨਾਸ਼ਾਹੀ ਦਾ ਹੁਲੀਆ ਵਿਗਾੜ ਦਿੱਤਾ ਸੀ ਅਤੇ ਇੱਕ ਆਜ਼ਾਦ ਕੌਮ ਬਣ ਗਏ ਸਨ। ਸਿੱਖ ਮਰ ਜਾਣਗੇ ਜੇ ਉਹਨਾਂ ਕੇਸ ਕਟਾ ਕੇ ਹਿੰਦੂ ਸ਼ਕਲ ਬਣਾ ਲਈ। ਨਹਿਰੂ ਸੰਵਿਧਾਨ ਵਿੱਚ ਸਿੱਖਾਂ ਲਈ ਦਿਖਾਈ ਗਈ ਕਿਰਪਾਲੂ ਬਿਰਤੀ ਹਿੰਦੂ ਕਾਂਗਰਸ ਦੀ ਸਿੱਖਾਂ ਨੂੰ ਹਿੰਦੂਆਂ ਵਿੱਚ ਜਜ਼ਬ ਕਰ ਲੈਣ ਦੀ ਹੀ ਨੀਤੀ ਹੈ। ਪਿਆਰੇ ਸਰ ਜੌਨ ਸਾਈਮਨ, ਉੱਧਰ ਜਾਦੂਗਰਨੀਆਂ ਨੇ ਗਾਂਧੀ ਨਹਿਰੂ ਜਿਨ੍ਹਾਂ ਆਪਣੇ ਕੜਾਹੇ ਅੱਗ ਉੱਤੇ ਧਰ ਲਏ ਹਨ ਅਤੇ ਇਹ ਮਸਲੇ ਉਦੋਂ ਤੱਕ ਹੱਲ ਨਹੀਂ ਹੋਣਗੇ ਜਦੋਂ ਤੱਕ ਜਾਦੂਗਰਨੀਆਂ ਦਾ ਕੜਾਹਾ ਉਬਲ ਰਿਹਾ ਹੈ ਅਤੇ ਜਾਦੂ ਮੰਤਰ ਉਚਾਰੇ ਜਾ ਰਹੇ ਹਨ। ਸੇਕ ਵੱਧ ਰਿਹਾ ਹੈ ਅਤੇ ਇਸ ਵਿਚਕਾਰ ਫਿਰਕੂ ਤਣਾਅ ਅਤੇ ਉਤੇਜਿਤ ਧਾਰਨਾਵਾਂ ਦਾ ਘਾਤ ਅਤੇ ਪ੍ਰਤੀਘਾਤ ਹੋ ਰਿਹਾ ਹੈ। ਗੋਇਟੇ ਦੇ ਫਾਉਸਟ ਦੀ ਭਿਆਨਕ ਰਾਤਾਂ ਦੀ ਆਖਰੀ ਸਾਜ਼ਿਸ਼ ਤੁਸੀਂ ਭਾਰਤ ਵਿੱਚ ਦੇਖ ਲਈ ਹੈ। ਖੇਤੀ ਕਰਨ ਵਾਲਿਆਂ ਸਿੱਖ ਜੱਟਾਂ ਖਿਲਾਫ ਇੱਕ ਡਰਾਉਣੀ ਸਾਜ਼ਿਸ਼ ਰਚੀ ਜਾ ਰਹੀ ਹੈ। ਤੁਹਾਡੇ ਵੱਲੋਂ ਅਤੇ ਹੋਰਾਂ ਵੱਲੋਂ ਇਸ ਹਾਲਤ ਵਿੱਚੋਂ ਨਿਕਲਣ ਲਈ ਕੀ ਕੀਤਾ ਜਾ ਸਕਦਾ ਹੈ? ਅੱਗੇ ਲਿਖਦੇ ਹਨ, ਮੈਨੂੰ ਇਹਨਾਂ ਜਾਦੂਗਰਨੀਆਂ ਦੇ ਆਮਣੇ ਸਾਹਮਣੇ ਕੁਝ ਕਲਪਨਾਵਾਂ ਵਿੱਚ ਬਹਿ ਜਾਣ ਦੀ ਆਗਿਆ ਦਿਓ ਤਾਂ ਕਿ ਅਚਾਨਕ ਅਰੇਬੀਅਨ ਨਾਈਟ ਦਾ ਉੱਡਣ ਵਾਲਾ ਘੋੜਾ ਮੈਨੂੰ ਅਤੇ ਤੁਹਾਨੂੰ ਇਸ ਡਰਾਉਣੇ ਹਨੇਰੇ ਵਿੱਚੋਂ ਉਡਾ ਕੇ ਲੈ ਜਾਵੇ। ਕੁਦਰਤ ਅਜਿਹਾ ਵਜਰਪਾਤ ਕਰੇ ਕਿ ਇਸ ਮਹਾਦੀਪ ਨੂੰ ਛੋਟੇ-ਛੋਟੇ ਖੰਡਾਂ ਰਾਸ਼ਟਰਾਂ ਵਿੱਚ ਤੋੜ ਦੇਵੇ। ਕਿ ਇੰਜੀਨੀਅਰ ਕਿੰਨੀਆਂ ਹੀ ਪਨਾਮਾ ਨਹਿਰਾਂ ਨਾਲ ਇਸ ਨੂੰ ਵੰਡ ਸਕਦੇ ਹਨ। ਇਸ ਭੂਗੋਲਿਕ ਵੰਡ ਦੇ ਅਸਫਲ ਰਹਿਣ ਤੇ ਕੀ ਭਾਰਤ ਨੂੰ ਕੁਝ ਐਸੀਆਂ ਮਿੱਤਰਤਾਪੂਰਨ ਪ੍ਰੈਜ਼ੀਡੈਂਸੀਆਂ ਵਿੱਚ ਵੰਡਿਆ ਤੇ ਤੋੜਿਆ ਜਾ ਸਕਦਾ ਹੈ ਜਿਸ ਵਿੱਚ ਹਿੰਦੂ ਆਬਾਦੀ ਜੋ ਅਮਲ ਜ਼ਿੰਦਗੀ ਵਿੱਚ ਕਈ ਜਾਤਾਂ ਅਤੇ ਕੌਮਾਂ ਦਾ ਨਿਰਮਾਣ ਕਰਦੀ ਹੈ ਅਤੇ ਮੁਸਲਮਾਨਾਂ ਨੂੰ ਅੰਗਰੇਜ਼ਾਂ ਵੱਲੋਂ ਢਹਿ ਢੇਰੀ ਕੀਤੇ ਰਾਸ਼ਟਰਾਂ ਨੂੰ ਰਾਜਨੀਤਿਕ ਤਾਕਤ ਦੀ ਵਿਹਾਰਕ ਵਰਤੋਂ ਦਾ ਦਾਨ ਕਰਨ ਦੀ ਨੀਤੀ ਦਾ ਪ੍ਰਯੋਗ ਕਰਕੇ ਬਰਾਬਰ ਸੰਤੁਲਨ ਕਾਇਮ ਕੀਤਾ ਜਾ ਸਕੇ।
ਮੈਂ ਇਹ ਸਲਾਹ ਅਸੰਭਵ ਨੂੰ ਸੰਭਵ ਬਣਾਉਣ ਲਈ ਦੇ ਰਿਹਾ ਹਾਂ। ਮੰਨ ਲਓ ਗੁਜਰਾਤ ਕਾਠੀਆਵਾੜ ਸੀਪੀ ਦਾ ਇੱਕ ਹਿੱਸਾ ਸਿੰਧ ਪੰਜਾਬ ਅਤੇ ਫਰੰਟੀਅਰ ਦੀ ਇੱਕ ਪ੍ਰੈਜ਼ੀਡੈਂਸ ਬਣਾ ਦਿੱਤੀ ਜਾਵੇ। ਬੰਬਈ ਦਾ ਇੱਕ ਹਿੱਸਾ ਮਦਰਾਸ ਨਾਲ ਜੋੜ ਕੇ ਦੂਜੀ ਪ੍ਰੈਜ਼ੀਡੈਂਸੀ ਬਣਾਈ ਜਾਵੇ ਅਤੇ ਮਦਰਾਸ ਦਾ ਅੱਧਾ ਹਿੱਸਾ ਬੰਗਾਲ ਨਾਲ ਗੰਢ ਕੇ ਤੀਜੀ ਪ੍ਰੈਜ਼ੀਡੈਂਸੀ ਬਣਾਈ ਜਾਵੇ। ਬਿਹਾਰ ਉੱਤਰ ਪ੍ਰਦੇਸ਼ ਅਤੇ ਸੀਪੀ ਦਾ ਬਚਦਾ ਹਿੱਸਾ ਚੌਥੀ ਪ੍ਰੈਜ਼ੀਡੈਂਸੀ ਵਿੱਚ ਬਦਲ ਦਿੱਤਾ ਜਾਵੇ। ਹਿੰਦੂਆਂ ਨੂੰ ਇਸ ਵੰਡ ਵਿੱਚ ਕਈ ਕੌਮਾਂ ਦੇ ਸਮੂਹ ਵਾਂਗ ਦੇਖਿਆ ਜਾਣਾ ਚਾਹੀਦਾ ਹੈ, ਕਿਉਂਕਿ ਬ੍ਰਾਹਮਣ ਅਤੇ ਬ੍ਰਾਹਮਣ ਤੋਂ ਵੱਖਰੇ ਗਰੁੱਪਾਂ ਵਿੱਚ ਇੰਨਾ ਫਰਕ ਹੈ ਜਿੰਨਾ ਹਿੰਦੂ ਅਤੇ ਮੁਸਲਮਾਨ ਅਤੇ ਹਿੰਦੂ ਅਤੇ ਸਿੱਖਾਂ ਵਿਚਕਾਰ ਹੈ, ਅਤੇ ਇਹਨਾਂ ਮਿੱਤਰਤਾਪੂਰਨ ਪ੍ਰੈਜ਼ੀਡੈਂਸੀਆਂ ਨੂੰ ਸੁਵਿਧਾ ਅਨੁਸਾਰ ਛੋਟੇ ਆਜ਼ਾਦ ਰਾਜਾਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ, ਜੋ ਕਿ ਇੱਕ ਗਵਰਨਰ ਅਤੇ ਪ੍ਰੈਜ਼ੀਡੈਂਸੀ ਲੈਜਿਸਲੇਟਿਵ ਕੌਂਸਲ ਦੇ ਅਧੀਨ ਹੋਣ। ਇਸ ਨੂੰ ਹੋਰ ਸਪਸ਼ਟ ਕਰਦੇ ਅੱਗੇ ਲਿਖਦੇ ਹਨ, ਸਿੱਖਾਂ ਨੂੰ ਹਿੰਦੂ ਮੰਨ ਕੇ ਅਣਗੌਲਿਆ ਕਰ ਦਿੱਤਾ ਗਿਆ। ਹਿੰਦੂ ਜੇ ਆਪਣੇ ਆਪ ਨੂੰ ਬੰਦੇ ਸਮਝਦੇ ਹਨ ਤਾਂ ਉਹਨਾਂ ਨੂੰ ਸਿੱਖ ਹੱਕਾਂ ਲਈ ਉਹਨਾਂ ਨਾਲ ਡਟਣਾ ਚਾਹੀਦਾ ਹੈ ਅਤੇ ਕੇਂਦਰੀ ਪੰਜਾਬ ਨੂੰ ਸਿੱਖ ਸੂਬਾ ਬਣਾਉਣ ਲਈ ਮੰਗ ਰੱਖਣੀ ਚਾਹੀਦੀ ਹੈ। ਇਹ ਅਹਿੰਸਾਤਮਕ ਖਾਨਾ ਜੰਗੀ ਹੀ ਮਜ਼ਬੂਤ ਕੌਮਾਂ ਨੂੰ ਬਣਦੇ ਲਾਭ ਦਿਵਾ ਸਕਦੀ ਹੈ, ਕਿਉਂਕਿ ਮਾਝੇ ਅਤੇ ਮਾਲਵੇ ਦੇ ਸਿੱਖਾਂ ਨੇ ਕੋਹਾਟ ਅਤੇ ਲਾਹੌਰ ਹਾਲਾ ਨਹੀਂ ਬਣਾਏ ਹਨ। ਨਹਿਰੂ ਕਮੇਟੀ ਨੇ ਸਿੱਖਾਂ ਨੂੰ ਅਣਗੌਲਿਆ ਕੀਤਾ ਹੈ ਕਿਉਂਕਿ ਇਹਨਾਂ ਦੀ ਗਿਣਤੀ ਮੁਸਲਮਾਨਾਂ ਵਾਂਗ ਜ਼ਿਆਦਾ ਨਹੀਂ, ਪਰ ਅਹਿਮਦ ਸ਼ਾਹ ਅਬਦਾਲੀ ਵਰਗੇ ਹਮਲਾਵਰ ਨੇ ਵੀ ਸਿੱਖਾਂ ਦੀ ਰਾਜਨੀਤਿਕ ਹਸਤੀ ਨੂੰ ਪੰਜਾਬ ਵਿੱਚੋਂ ਅਵਲ ਮੰਨਿਆ ਹੈ। ਸ਼ਾਇਦ ਉਹ ਨਾਦਰ ਸ਼ਾਹ ਹੀ ਸੀ ਜਿਸ ਨੇ ਕਿਹਾ ਸੀ ਕਿ ਇਸ ਕੌਮ ਵਿੱਚੋਂ ਪ੍ਰਭੂ ਸੱਤਾ ਦੀ ਗੰਧ ਆਉਂਦੀ ਹੈ। ਇੱਕ ਤੋਂ ਪਿੱਛੋਂ ਇੱਕ ਅੰਗਰੇਜ਼ ਕਮਾਂਡਰਾਂ ਨੇ ਸਿੱਖਾਂ ਦੀ ਬਹਾਦਰੀ, ਦੇਸ਼ ਭਗਤੀ ਅਤੇ ਉੱਚ ਨੈਤਿਕ ਵਿਅਕਤੀਤਵ ਨੂੰ ਮੰਨਿਆ ਹੈ। ਮੌਜੂਦਾ ਚੀਫ ਕਮਾਂਡਰਾਂ ਨੇ ਕਿਹਾ ਹੈ ਕਿ ਉਹ ਸਿੱਖ ਸਿਪਾਹੀ ਉੱਤੇ ਆਪਣੀ ਬੀਵੀ ਅਤੇ ਬੱਚਿਆਂ ਦਾ ਰਾਖੀ ਲਈ ਵੱਧ ਵਿਸ਼ਵਾਸ ਰੱਖਦਾ ਹੈ ਅਤੇ ਇਹ ਪੰਜਾਬ ਹੀ ਸੀ ਜਿਸ ਵਿੱਚ ਸਿੱਖਾਂ ਨੇ ਮਿਸਲਾਂ ਬਣਾਈਆਂ ਸਨ। ਜੇ ਇੱਕ ਸਿੱਖ ਮੁਖੀ ਆਪਣੀ ਕਾਠੀ ਕਿਸੇ ਪਿੰਡ ਜਾਂ ਕਸਬੇ ਵਿੱਚ ਰੱਖ ਦਿੰਦਾ ਸੀ ਤਾਂ ਇਹ ਉਸ ਦੀ ਨਿੱਜੀ ਜਗੀਰ ਸਮਝੀ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਪੰਜਾਬ ਮੁਸਲਿਮ ਨਹੀਂ ਸਗੋਂ ਸਿੱਖ ਰਾਜ ਸੀ। ਮਹਾਰਾਜੇ ਦਾ ਮੁਸਲਮਾਨ ਮੰਤਰੀ ਅੰਤ ਤੱਕ ਉਸ ਦਾ ਵਫਾਦਾਰ ਰਿਹਾ ਸੀ, ਜਦਕਿ ਬ੍ਰਾਹਮਣ ਅਤੇ ਹਿੰਦੂ ਮੰਤਰੀ ਗੱਦਾਰ ਸਾਬਤ ਹੋਏ ਸਨ। ਇਹ ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਲਾਹੌਰ ਦੇ ਮੁਸਲਮਾਨ ਚੌਧਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਰਾਜਾ ਬਣਨ ਲਈ ਬੁਲਾਵਾ ਭੇਜਿਆ ਸੀ। ਹਰੀ ਸਿੰਘ ਨਲੂਆ ਨੇ ਸ਼ੇਰ ਦੀ ਗੁਫਾ ਤੱਕ ਖੌਫ ਪੈਦਾ ਕਰ ਦਿੱਤਾ ਸੀ। ਫਰੰਟੀਅਰ ਪਠਾਨ ਅੱਜ ਵੀ ਆਪਣੇ ਰੋਂਦੇ ਬੱਚੇ ਨੂੰ ਚੁੱਪ ਕਰਾਉਣ ਲਈ ਹਰੀਆ ਰਾਗਲਾ ਦਾ ਡਰਾਵਾ ਦਿੰਦੇ ਹਨ। ਨਹਿਰੂ ਕਮੇਟੀ ਕਲਮ ਦੇ ਇੱਕ ਝਟਕੇ ਨਾਲ ਐਸੀ ਕੌਮ ਨੂੰ ਕਿਵੇਂ ਖਤਮ ਕਰ ਸਕਦੀ ਹੈ? ਕੀ ਹਿੰਦੂਆਂ ਦਾ ਇਹ ਨਿਆਂ ਸੰਗਤ ਵਿਹਾਰ ਹੈ? ਸਿੰਧ ਨੂੰ ਅਲੱਗ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਮੁਸਲਿਮ ਮੰਗ ਸੀ। ਸਿੱਖਾਂ ਨੂੰ ਹਿੰਦੂ ਮੰਨ ਕੇ ਅਣਗੌਲਿਆ ਕਰ ਦਿੱਤਾ ਗਿਆ। ਪ੍ਰੋਫੈਸਰ ਪੂਰਨ ਸਿੰਘ ਜੀ ਸਪਸ਼ਟ ਨਿਰਣਾਇਕ ਪੇਸ਼ਕਾਰੀ ਕਰਦੇ ਕਹਿੰਦੇ ਹਨ, ਹਿੰਦੂ ਜੇ ਆਪਣੇ ਆਪ ਨੂੰ ਬੰਦੇ ਸਮਝਦੇ ਹਨ ਤਾਂ ਉਹਨਾਂ ਨੂੰ ਸਿੱਖ ਹੱਕਾਂ ਲਈ ਉਹਨਾਂ ਨਾਲ ਡਟਣਾ ਚਾਹੀਦਾ ਹੈ ਅਤੇ ਕੇਂਦਰੀ ਪੰਜਾਬ ਨੂੰ ਸਿੱਖ ਸੂਬਾ ਬਣਾਉਣ ਲਈ ਮੰਗ ਰੱਖਣੀ ਚਾਹੀਦਾ ਹੈ। ਇਹ ਅਹਿੰਸਾਤਮਕ ਖਾਨਾ ਜੰਗੀ ਹੀ ਮਜ਼ਬੂਤ ਕੌਮਾਂ ਨੂੰ ਬਣਦੇ ਲਾਭ ਦਿਵਾ ਸਕਦੀ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇ ਸਿੱਖ ਜੱਟਾਂ ਦੇ ਸਿਰਾਂ ਵਿੱਚ ਇਹ ਗੱਲ ਵੜ ਗਈ ਕਿ ਉਹ ਕਿਸੇ ਸੂਬੇ ਉੱਤੇ ਰਾਜ ਕਰ ਸਕਦੇ ਹਨ ਤਾਂ ਉਹਨਾਂ ਦਾ ਇੱਕ ਇੱਕ ਬੰਦਾ ਮਰ ਕੇ ਕਈ ਕੋਹਾਟ ਬਣਾ ਦੇਣਗੇ। ਸਿੱਖ ਆਪਣੇ ਅਧਿਕਾਰਾਂ ਲਈ ਲੜਨਾ ਜਾਣਦੇ ਹਨ। ਮਹਾਤਮਾ ਗਾਂਧੀ ਇਹਨਾਂ ਹਾਲਤਾਂ ਦਾ ਇਲਾਜ ਕਰਨ ਵਿੱਚ ਅਸਫਲ ਰਿਹਾ ਹੈ। ਪੰਡਿਤ ਮੋਤੀ ਲਾਲ ਨਹਿਰੂ ਨੇ ਤੁਹਾਨੂੰ ਦੇਸ਼ ਛੱਡਣ ਲਈ ਨਹੀਂ ਕਿਹਾ ਹੈ, ਪਰ ਉਹ ਹਿੰਸਕ ਖਾਨਾ ਜੰਗੀ ਲਈ ਮੈਦਾਨ ਤਿਆਰ ਕਰ ਰਿਹਾ ਹੈ ਤੇ ਚਾਹੁੰਦਾ ਹੈ ਕਿ ਤੁਸੀਂ ਉਪਭੋਗਤਾਵਾਦ ਦਾ ਅਜਿਹਾ ਰੂਪ ਸਿਰਜੋ ਜੋ ਕਮਜ਼ੋਰ ਕੌਮਾਂ ਨੂੰ ਖਾ ਜਾਵੇ। ਜੇ ਤੁਸੀਂ ਭਾਰਤ ਨੂੰ 4 ਮਿੱਤਰਤਾਪੂਰਨ ਪ੍ਰੈਜ਼ੀਡੈਂਸੀਆਂ ਜਿਨ੍ਹਾਂ ਵਿੱਚ ਸਾਰੀ ਸੰਪਰਦਾਇਕ ਤਾਕਤ ਦਾ ਸੰਤੁਲਨ ਹੋਵੇਗਾ ਵਿੱਚ ਨਹੀਂ ਵੰਡਦੇ ਤਾਂ ਤੁਹਾਡੇ ਕੋਲ ਕੁਝ ਸੋਧਾਂ ਕਰਨੀਆਂ ਜਾਂ ਤੁਹਾਡਾ ਨਹਿਰੂ ਦੇ ਡਰਾਫਟ ਨਾਲ ਸਹਿਮਤ ਹੋ ਜਾਣਾ ਇੱਕੋ ਗੱਲ ਹੋਵੇਗੀ। ਜੇ ਕੋਈ ਅਕਲਮੰਦ ਤੁਹਾਨੂੰ ਕਹੇ ਕਿ ਇਹ ਵੰਡ ਅਸੰਭਵ ਹੈ ਤਾਂ ਫਿਰ ਭਾਰਤ ਵਿੱਚ ਲੋਕਤੰਤਰ ਕਿਸੇ ਵੀ ਤਰ੍ਹਾਂ ਨਾਲ ਜੰਮ ਨਹੀਂ ਸਕੇਗਾ। ਜਿਵੇਂ ਮੈਂ ਪਹਿਲਾਂ ਕਿਹਾ ਹੈ, ਤਾਕਤਵਰ ਕੌਮਾਂ ਜਿਵੇਂ ਸਿੱਖ ਮਰਨ ਮਾਰਨ ਦੀ ਹੱਦ ਤੱਕ ਸਿੱਖ ਸੂਬੇ ਦੀ ਪ੍ਰਾਪਤੀ ਲਈ ਲੜਨਗੇ। ਇਹ ਮਹਾਨ ਸਮਾਂ ਹੈ ਅਤੇ ਅੰਗਰੇਜ਼ਾਂ ਨੂੰ ਉਹ ਰਾਜਨੀਤਿਕ ਸੂਝ ਦਿਖਾਉਣੀ ਚਾਹੀਦੀ ਹੈ ਜੋ ਹਾਲਾਂ ਤੱਕ ਉਹਨਾਂ ਨਹੀਂ ਦਿਖਾਈ ਹੈ। ਤੁਹਾਡਾ ਹਿੱਤੂ ਪੂਰਨ ਸਿੰਘ 21 ਅਕਤੂਬਰ 1928 ਡਾਕਖਾਨਾ ਚੱਕ ਨੰਬਰ 73/19 ਵਾਇਆ ਨਨਕਾਣਾ ਸਾਹਿਬ ਉੱਤਰ ਪੱਛਮੀ ਰੇਲਵੇ ਪੰਜਾਬ।
ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 384 ਤੱਕ ਹੀ ਪੜਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।